Sikh24.com ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਇਸ ਵੇਲੇ ਅੱਜ ਦੀ ਜਿਹੜੀ ਗੱਲਬਾਤ ਕਰਨ ਦੇ ਲਈ ਮੈਂ ਨਵੇਂ ਸ਼ਹਿਰ ਦੇ ਵਿੱਚ ਬੈਠਾ ਹੋਇਆ। ਮੇਰੇ ਨਾਲ ਸਰਦਾਰ ਪ੍ਰਭਜੋਤ ਸਿੰਘ ਨਵਾਂ ਸ਼ਹਿਰ ਹਾਜ਼ਰ ਨੇ। ਇਹ ਸਿੱਖ ਵਿਚਾਰਵਾਨ ਨੇ, ਸਿੱਖ ਬੁੱਧੀਜੀਵੀ ਹਨ ਅਤੇ ਸਿੱਖ ਵਿਚਾਰਧਾਰਾ ਨੂੰ ਬਹੁਤ ਸੋਹਣੇ ਤਰੀਕੇ ਨਾਲ ਸਮਝਣ ਅਤੇ ਵਿਆਖਿਆ ਕਰਨ ਦੀ ਦਾ ਜਿਹੜਾ ਬਾਹਲਿਆ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਹਨਾਂ ਨੂੰ ਦਿੱਤਾ ਹੋਇਆ। ਸੋ ਆਪਾਂ ਜਿਹੜੀਆਂ ਕੁਝ ਗੱਲਾਂ ਕਰਨੀਆਂ ਨੇ ਜਿਹਦੇ ਵਿੱਚ ਇਹ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ 9ਵੇਂ ਪਾਤਸ਼ਾਹ ਜੀ ਦਾ ਆਗਮਨ ਪੁਰਬ 400 ਸਾਲਾ ਰੂਪ ਦੇ ਵਿੱਚ ਸਾਡੇ ਸਾਰਿਆਂ ਸਾਹਮਣੇ ਆ ਰਿਹਾ। ਸਿੱਖ ਸ਼ਰਧਾ ਦੇ ਰੂਪ ਦੇ ਵਿੱਚ 400 ਸਾਲਾ ਪੁਰਬ ਨੂੰ ਯਾਦ ਕਰ ਰਹੇ ਆ। ਇਸ ਦੇ ਨਾਲ ਹੀ ਜਿਹੜੀ ਮਹਾਰਾਜ ਦੀ ਸੱਚੀ ਸੁੱਚੀ ਸ਼ਹਾਦਤ ਹੋਈ ਉਸ ਦੀ ਵਿਆਖਿਆ ਵੱਖ-ਵੱਖ ਅਲਫਾਜ਼ਾਂ ਦੇ ਵਿੱਚ ਸਿੱਖਾਂ ਵੱਲੋਂ ਕੀਤੀ ਜਾ ਰਹੀ ਆ ਅਤੇ ਉਸ ਨੂੰ ਅੱਗੇ ਗੱਲ ਨੂੰ ਤੋਰਿਆ ਜਾ ਰਿਹਾ। ਅਜਿਹੀ ਹੀ ਗੱਲਬਾਤ ਕਰਨ ਦੇ ਲਈ ਮੈਂ ਅੱਜ ਇਹਨਾਂ ਦੇ ਵਿਹੜੇ ਪਹੁੰਚਿਆ ਹੋਇਆ। ਸੋ ਮੈਂ ਗੱਲਬਾਤ ਦਾ ਸੱਦਾ ਦਿੰਦਾ ਹੋਇਆ ਫਤਿਹ ਦੀ ਸਾਂਝ ਕਰਦਾ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਇੱਥੋਂ ਗੱਲ ਸ਼ੁਰੂ ਕਰੀਏ ਕਿ ਨਵੇਂ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਆ ਉਸ ਨੂੰ ਜਦੋਂ ਵਿਆਖਿਆ ਦੀ ਗੱਲ ਆਉਂਦੀ ਆ ਤਾਂ ਕਿਸੇ ਵੇਲੇ ਤਾਂ ਗੱਲ ਨੂੰ ਹਿੰਦ ਦੀ ਚਾਦਰ ਤੱਕ ਸੀਮਤ ਕਰ ਦਿੱਤਾ ਜਾਂਦਾ, ਜਿਵੇਂ ਕਿ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਆ ਸ਼ਾਇਦ ਉਹ ਭਾਰਤੀ ਖਿੱਤੇ ਤੱਕ ਸੀਮਤ ਜਾਂ ਹਿੰਦੂਆਂ ਤੱਕ ਸੀਮਤ ਜਾਂ ਇਸ ਤੋਂ ਅੱਗੇ ਵੀ ਕਿਸੇ ਵੇਲੇ ਵਿਸਥਾਰ ਹੁੰਦਾ ਜਦੋਂ ਵਿਚਾਰ ਦਾ। ਅਤੇ ਆਪਾਂ ਜਾਣਦੇ ਹਾਂ ਕਿ ਪੁਰਾਤਨ ਰੂਪ ਦੇ ਵਿੱਚ ਆਪਾਂ ਪੜ੍ਹਦੇ ਵੀ ਹਾਂ, ਪ੍ਰਗਟ ਪਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਮੈਂ ਚਾਹੁੰਦਾ ਕਿ ਤੁਸੀਂ ਮਹਾਰਾਜ ਦੇ ਆਗਮਨ ਦੇ ਰੂਪ ਦੇ ਵਿੱਚ, ਉਹਨਾਂ ਦੇ ਪ੍ਰਕਾਸ਼ ਪੁਰਬ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਜੀ ਦਾ ਇਸ ਧਰਤ ਦੇ ਉੱਤੇ ਸਰੀਰ ਕਰਕੇ ਆਉਣ ਨੂੰ ਕਿਵੇਂ ਵਿਆਖਿਆ ਦਿੰਦੇ ਹੋ? ਦੇਖੋ, ਗੁਰੂ ਤੇਗ ਬਹਾਦਰ ਸਾਹਿਬ ਜਦੋਂ ਕੋਈ ਪੈਗੰਬਰ ਗੁਰੂ ਪ੍ਰਕਾਸ਼ ਲੈਂਦਾ ਵਾ ਅਤੇ ਉਹਨਾਂ ਨੇ ਸ਼ਹਾਦਤ ਦਿੱਤੀ ਆ, ਉਹਦੇ ਅਰਥ ਕੋਈ ਸਧਾਰਨ ਨਹੀਂ ਹੋ ਸਕਦੇ। ਜੇ ਮੈਂ ਕਹਾਂ ਕਿ ਅੱਜ ਮੈਂ ਇੱਥੇ ਬਹਿ ਕੇ ਉਹਨਾਂ ਦੀ ਸ਼ਹਾਦਤ ਦੇ ਸਾਰੇ ਜਿਹੜੇ ਡਾਇਮੈਂਸ਼ਨਸ ਨੇ ਮੈਂ ਉਹਨਾਂ ਨੂੰ ਕਵਰ ਕਰ ਲੂੰਗਾ ਜਾਂ ਕੋਈ ਇੱਕ ਬੰਦਾ ਕਰ ਲੂਗਾ, ਈਵਨ ਜੇ ਲੱਖਾਂ ਬੰਦੇ ਵੀ ਲੱਗ ਜਾਣ ਤਾਂ ਉਹ ਕਵਰ ਨਹੀਂ ਕਰ ਸਕਣਗੇ। ਪਰ ਆਪਾਂ ਇੱਕ ਕੋਸ਼ਿਸ਼ ਹਰੇਕ ਬੰਦੇ ਦੀ ਹੁੰਦੀ ਆ ਕਿ ਕੋਈ ਨਾ ਕੋਈ ਪਾਸਾ ਜਿਹੜਾ ਹੈਗਾ ਵਾ ਉੱਤੇ ਜਿਹੜਾ ਹੈਗਾ ਵਾ ਰੌਸ਼ਨੀ ਪਾਉਣ ਦੀ ਕੋਸ਼ਿਸ਼ ਕਰੀਏ, ਕੋਈ ਸੇਧ ਲੈਣ ਦੀ ਕੋਸ਼ਿਸ਼ ਕਰੀਏ। ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਆ ਉਹ ਐਕਚੁਅਲੀ ਜੇ ਤੁਸੀਂ ਹੁਣ ਦੇ ਪੀਰੀਅਡ ਦੇ ਵਿੱਚ ਵੀ ਦੇਖੋ ਜਾ ਕੇ, ਉਹਨੂੰ ਅਜੋਕੇ ਜਿਹੜਾ ਪ੍ਰਸੰਗ ਆ ਨਾ, ਜਦੋਂ ਉਹਨਾਂ ਦਾ ਪ੍ਰਕਾਸ਼ ਦਿਹਾੜਾ ਆ ਰਿਹਾ, ਉਹ ਜਿਹੜਾ ਪ੍ਰਸੰਗ ਆ ਆਮ ਤੌਰ 'ਤੇ ਸਾਡੇ ਲੇਖਕ ਹਿਸਟੋਰੀਅਨ ਜਿਹੜੇ ਹੈਗੇ ਨੇ ਜਾਂ ਸਾਡੇ ਕਥਾਕਾਰ ਵੀ, ਉਹ ਇੱਕ ਜਿਹੜਾ ਪਿਛਲਾ ਪ੍ਰਸੰਗ ਤੁਰਿਆ ਆਉਂਦਾ, ਨੈਰੇਟਿਵ ਤੁਰਿਆ ਆਉਂਦਾ, ਉਹਦੇ ਵਿੱਚ ਹੀ ਜਿਹੜਾ ਹੈਗਾ ਵਾ ਉਹ ਸਾਰੀ ਵਿਆਖਿਆ ਕਰਦੇ ਨੇ। ਆਪਾਂ ਨੂੰ ਨਵੀਂ ਵਿਆਖਿਆ ਨਵੇਂ ਪ੍ਰਸੰਗ ਦੇ ਅਧੀਨ ਅੱਜ ਅਜੋਕੇ ਸੰਦਰਭ ਦੇ ਅਧੀਨ ਲਿਆਉਣੀ ਪਊਗੀ। ਜੇ ਤੁਸੀਂ ਪ੍ਰੈਜ਼ੈਂਟ ਸੰਦਰਭ ਨਾਲੋਂ ਤੋੜੋਗੇ ਫਿਰ ਤੁਸੀਂ ਅੱਜ ਦੀਆਂ ਹਾਲਤਾਂ ਦਾ ਮੁਕਾਬਲਾ ਨਹੀਂ ਕਰ ਸਕੋਗੇ। ਸ਼ਹਾਦਤ ਉਹੀ ਰਹਿਣੀ ਆ, ਪਰ ਅੱਜ ਸਿੱਖਾਂ ਦੇ ਸਾਹਮਣੇ ਚੈਲੰਜ ਕੀ ਆ, ਉਹ ਵਾਲੀ ਗੱਲ ਜਿਹੜੀ ਹੈਗੀ ਆ ਉਹ ਸਾਨੂੰ ਕਰਨੀ ਪਊਗੀ। ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਆ ਜੇ ਤੁਸੀਂ ਦੇਖੋ ਤੇ ਪਹਿਲੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਪਹਿਲੇ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਆ, ਆਗਮਨ ਆ, ਉਹ ਧਰਤੀ 'ਤੇ ਬਖਸ਼ਿਸ਼ ਆ ਅਕਾਲ ਪੁਰਖ ਦੀ, ਅਤੇ ਉਹ ਇੱਕ ਖਾਸ ਖਿੱਤਾ ਚੁਣਿਆ। ਗੁਰੂ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਕਿ ਇਸ ਖਿੱਤੇ ਦੇ ਵਿੱਚ ਗੁਰੂ ਸਾਹਿਬ ਪ੍ਰਗਟ ਹੋਣ, ਅਤੇ 9ਵੇਂ ਜਾਮੇ ਤੱਕ ਆਉਂਦੇ ਆਉਂਦੇ ਜਿਹੜੀ ਵਿਪਰ ਸੰਸਕਾਰੀ ਜਮਾਤ ਆ, ਜਿਹਨੂੰ ਅਸੀਂ ਬ੍ਰਾਹਮਣਵਾਦੀ ਵੀ ਜਾਂ ਮਨੂਵਾਦੀ ਮਤਲਬ ਕਈ ਲਫ਼ਜ਼ ਆਪਾਂ ਯੂਜ਼ ਕਰਦੇ ਹਾਂ, ਉਹਨੇ ਕਈ ਐਸੇ ਕੁਕਰਮ ਕਰ ਚੁੱਕੀ ਸੀਗੀ ਜਿੱਥੋਂ ਉਹਦਾ ਸਿੱਖੀ ਵਿਰੋਧੀ ਖਾਸਾ ਸਾਫ਼ ਤੌਰ 'ਤੇ ਪ੍ਰਗਟ ਹੁੰਦਾ ਸੀ। ਇੱਕ ਵਿਚਾਰਵਾਨ ਬੰਦਾ, ਬੁੱਧੀਜੀਵੀ ਬੰਦਾ ਇਸ ਗੱਲ ਨੂੰ ਜਿਹੜਾ ਹੈਗਾ ਫੜਨ ਲੱਗਿਆ, ਕੋਈ ਉਹਦੇ ਲਈ ਔਖ ਵਾਲੀ ਗੱਲ ਨਹੀਂ ਹੈਗੀ। ਜੇ ਇੱਕ ਅਸੀਂ ਇੰਟਲੈਕਚੁਅਲ ਬੰਦੇ ਦੀ ਵੀ ਗੱਲ ਕਰੀਏ
ਪਰ ਇੱਥੇ ਤੇ ਗੁਰੂ ਸਾਹਿਬ ਦੀ ਗੱਲ ਹੋ ਰਹੀ ਆ। ਤੇ ਬੁੱਧੀਜੀਵੀ ਤਾਂ ਇੱਕ ਸਧਾਰਨ ਹੀ ਬੰਦਾ ਹੁੰਦਾ ਜਿਹੜਾ ਆਮ ਬੰਦਿਆਂ ਤੋਂ ਕੁਛ ਚੰਦ ਬੁੱਧੀ ਜ਼ਿਆਦਾ ਰੱਖਦਾ ਹੁੰਦਾ ਜਿਹੜੀ ਹੈਗੀ ਆ। ਤੇ ਗੁਰੂ ਸਾਹਿਬ ਤੇ ਜਾਣੀ ਜਾਣ ਨੇ, ਗੁਰੂ ਸਾਹਿਬ ਇਹ ਵੀ ਜਾਣਦੇ ਸੀ ਕਿ ਉਹਨਾਂ ਦਾ ਸਾਡੇ ਪ੍ਰਤੀ ਸਮਝ ਕੀ ਆ, ਸੋਚ ਕੀ ਆ, ਤੇ ਭਵਿੱਖ ਵਿੱਚ ਕੀ ਰਹੇਗੀ। ਉਹਦੇ ਬਾਵਜੂਦ ਗੁਰੂ ਸਾਹਿਬ ਸੀਸ ਜਿਹੜਾ ਹੈਗਾ ਵਾ ਉਹ ਆਪਣਾ ਦਿੰਦੇ ਨੇ, ਸ਼ਹਾਦਤ ਦਿੰਦੇ ਨੇ। ਇਸ ਪ੍ਰਸੰਗ ਵਿੱਚ ਜਾ ਕੇ ਹਿਊਮਨ ਰਾਈਟਸ ਵਾਲੀ ਗੱਲ ਨੂੰ ਦੇਖੋ। ਜਿਹੜੀ ਆਮ ਤੌਰ 'ਤੇ ਹਿਊਮਨ ਰਾਈਟਸ ਵਾਲੀ ਗੱਲ ਆ ਉਹ ਤਾਂ ਇਹ ਹੈ ਕਿ ਜ਼ੁਲਮ ਹੁੰਦਾ ਦੂਜੀ ਧਿਰ 'ਤੇ, ਅਤੇ ਇੱਕ ਧਿਰ ਜਿਹੜੀ ਹੈਗੀ ਲੜਦੀ ਆ ਉਹਦੇ ਲਈ, ਉਹਦੇ ਹਿਊਮਨ ਰਾਈਟਸ ਲਈ ਲੜਦੀ ਆ ਜਾ ਕੇ। ਪਰ ਇੱਥੇ ਇੱਕ ਗੁਰੂ ਉਸ ਧਿਰ ਜਿਹੜੀ ਉਹਦੀ ਪੰਥ ਦੀ ਦੋਖੀ ਆ, ਉਹਦੇ ਗ੍ਰੰਥ ਦੀ ਦੋਖੀ ਆ, ਉਹਦੇ ਲਈ ਸ਼ਹਾਦਤ ਦੇ ਰਿਹਾ। ਇਸ ਕਰਕੇ ਇਹ ਜਿਹੜਾ ਡਿਫਰੈਂਟ ਆ ਜਿਹੜਾ ਹੈਗਾ ਪਹਿਲੂ, ਇਹਨੂੰ ਸਮਝਣ ਦੀ ਲੋੜ ਆ। ਅਤੇ ਇੱਕ ਗੱਲ ਇਹ ਵੀ ਕਲੀਅਰ ਹੈ ਕਿ ਜਿਹੜੀ ਗੁਰੂ ਸਾਹਿਬ ਦੀ ਸ਼ਹਾਦਤ ਆ ਉਹ ਜਿਹੜਾ ਉਹਦਾ ਪੱਖ ਹੈ ਇੱਕ, ਕਿਉਂਕਿ ਗੁਰੂ ਸਾਹਿਬ ਜਿਹੜੀ ਬ੍ਰਾਹਮਣਵਾਦੀ ਜਿਹੜੀ ਆਈਡੀਓਲੋਜੀ ਆ ਜਾਂ ਉਹਨਾਂ ਦੀ ਸਮਝ ਆ ਜਾਂ ਉਹਨਾਂ ਦਾ ਅਮਲ ਆ, ਉਹਦੀ ਇੱਕ ਹਿਸਟਰੀ ਆ, ਅਤੇ ਉਹ ਸਾਰਿਆਂ ਦੇ ਸਾਹਮਣੇ ਸੀ। ਅਤੇ ਜਿਹੜੇ ਦ੍ਰਿਵ ਦ੍ਰਿਸ਼ਟੀ ਵਾਲੇ ਗੁਰੂ ਸਾਹਿਬ ਨੇ ਉਹਨਾਂ ਸਾਹਮਣੇ ਤਾਂ ਹੋਣਾ ਹੀ ਹੋਣਾ ਕਿ ਉਹਦੇ ਵਿੱਚ ਕਤਲੋਗਾਰਤ ਵੀ ਹੋਈ, ਉਹਨਾਂ ਨੇ ਕੀਤੀ ਰੱਜ ਕੇ। ਬੋਧੀਆਂ ਦੇ ਨਾਲ ਅਸੀਂ ਕਤਲੋਗਾਰਤ ਵੀ ਹੋਈ, ਅਸਿਮੀਲੇਸ਼ਨ ਵੀ ਹੋਏ, ਹੋਰ ਵੀ ਜਿਹੜੇ ਇੱਥੋਂ ਦੇ ਵੱਖਰੇ ਮੱਤ ਸੀਗੇ ਉਹਨਾਂ ਨੂੰ ਆਪਣੇ ਅੰਦਰ ਉਹਨਾਂ ਨੇ ਜਜ਼ਬ ਕਰ ਲਿਆ। ਅਤੇ ਗੁਰੂ ਸਾਹਿਬ ਦੀ ਸ਼ਹਾਦਤ ਉਹਨਾਂ 'ਤੇ ਇਹ ਬਖਸ਼ਿਸ਼ ਕਰ ਰਹੀ ਸੀ ਕਿ ਤੁਸੀਂ ਜਿਹੜੀ ਤੁਹਾਡੇ ਅੰਦਰ ਇੱਕ ਨੀਹਤ ਹੋਈ ਹੋਈ ਚੀਜ਼ ਆ ਨਾ, ਜਿਹੜੀ ਤੁਹਾਡੇ ਅੰਦਰ ਇੱਕ ਪਿਆ ਹੋਇਆ ਇੱਕ ਕੋਹਜ ਆ ਕਿ ਤੁਸੀਂ ਦੂਜੀ ਕੌਮਾਂ ਨੂੰ ਜਰਦੇ ਹੀ ਨਹੀਂ, ਉਹਨਾਂ ਦੀ ਵੱਖਰੀ ਆਇਡੈਂਟੀਟੀ ਨੂੰ ਜਰਦੇ ਹੀ ਨਹੀਂ ਜਦ ਤੱਕ ਉਹਨਾਂ ਨੂੰ ਤੁਸੀਂ ਅਸਿਮੀਲੇਟ ਨਹੀਂ ਕਰ ਲੈਂਦੇ। ਉਹ ਜਿਹੜਾ ਕੋਹਜ ਆ ਉਹ ਮਿਟਾਓ। ਉਹ ਸ਼ਹਾਦਤ ਦੇ ਵਿੱਚ ਇਹ ਵੀ ਗੱਲ ਪਈ ਸੀ। ਪਰ ਇਹ ਦੁੱਖ ਦੀ ਗੱਲ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਦੇ ਉਹਨਾਂ ਵੱਡੇ ਅਰਥਾਂ ਨੂੰ ਇਸ ਵਿਪਰ ਸੰਸਕਾਰੀ ਸਮਾਜ ਨੇ ਨਹੀਂ ਸਮਝਿਆ, ਅਤੇ ਅੱਜ ਤੱਕ ਜਿਹੜਾ ਹੈਗਾ ਵਾ ਉਹਨਾਂ ਦੀ ਉਹ ਸਮਝ, ਉਹਨਾਂ ਦਾ ਉਹ ਅਮਲ ਜਿਹੜਾ ਹੈਗਾ, ਉਹਨਾਂ ਦੀ ਜਿਹੜੀ ਊਰਜਾ ਵਾ ਉਹ ਸਾਰੀ ਲੱਗੀ ਹੋਈ ਆ। ਇੱਥੋਂ ਤੱਕ ਵੀ ਜਿਹੜੇ ਗੁਰੂ ਸਾਹਿਬਾਨ ਨੇ ਉਹਨਾਂ ਦੇ ਪੰਥ ਅਤੇ ਗ੍ਰੰਥ ਦੇ ਵਿਰੋਧ ਦੇ ਵਿੱਚ ਉਹ ਇੱਕ ਕਤਾਰਬੱਧ ਹੋ ਕੇ ਖੜੇ ਹੋਏ ਨੇ। ਅਤੇ ਜਿਹੜੀ ਗੱਲ ਤੁਸੀਂ ਕਹੀ ਕਿ ਮੈਂ ਸਿੱਧੇ ਤੌਰ 'ਤੇ ਕਹਾਂ ਕਿ ਸਰਦਾਰ ਪ੍ਰਭਜੋਤ ਸਿੰਘ ਨਵਾਂਸ਼ਹਿਰ ਇਹ ਕਹਿ ਰਿਹਾ ਕਿ ਹਿੰਦੂ ਦੇ ਉੱਤੇ ਜਿਹੜੀ ਬਖਸ਼ਿਸ਼ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਹੋਈ ਆ, ਹਿੰਦੂ ਉਸ ਨੂੰ ਨਹੀਂ ਸਮਝ ਸਕਿਆ। ਇਹ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਦਾ ਕਹਿਣਾ। ਹੁਣ ਇਸ ਤੋਂ ਅਗਲੀ ਗੱਲ ਇਹ ਆ ਕਿ ਕੀ ਸਿੱਖਾਂ ਨੇ ਆਪਣੇ ਤੌਰ 'ਤੇ ਇਹ ਵਿਆਖਿਆ ਕੋਈ ਕੀਤੀ ਆ, ਜਾਂ ਜੋ ਗੱਲ ਤੁਸੀਂ ਅੱਜ ਕਰ ਰਹੇ ਹੋ ਫਿਰ ਸਿੱਖਾਂ ਨੇ ਵੀ ਇਹ ਗੱਲ ਖੋਲ੍ਹ ਕੇ ਆਪਣੇ ਸਿੱਖ ਜਗਤ ਦੇ ਵਿੱਚ ਕੌਮੀ ਪੱਧਰ 'ਤੇ ਨਹੀਂ ਰੱਖੀ? ਹਾਂ, ਇਹ ਗੱਲ ਤੁਹਾਡੀ ਠੀਕ ਆ। ਕਾਰਨ ਇਹ ਕੀ ਆ ਕਿ ਮਤਲਬ ਇੱਕ ਕਾਰਨ ਨਹੀਂ ਹੈਗਾ, ਕਾਰਨ ਬਹੁਤ ਨੇ। ਇੱਕ ਤਾਂ ਸਿੱਖ ਬਹੁਤ ਖੁਸ਼ ਹੁੰਦਾ ਕਿ ਇੱਥੋਂ ਦਾ ਹਿੰਦੂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਰਿਕਗਨਾਈਜ਼ ਕਰ ਰਿਹਾ, ਬੜਾ ਪਿਆਰ ਦੇ ਰਿਹਾ। ਪਰ ਉਹ ਵਿਪਰ ਦੇ ਜਿਹੜੇ ਸ਼ਾਤਰਤਾਈ ਹੁੰਦੀ ਆ ਜਾਂ ਚਾਣਕਿਆ ਨੀਤੀ ਜਿਹੜੀ ਹੈਗੀ, ਜਿਹਨੂੰ ਆਪਾਂ ਕਹਿੰਦੇ ਆਮ ਤੌਰ 'ਤੇ, ਉਹਨੂੰ ਸਮਝਣ ਦੇ ਵਿੱਚ ਅਸਮਰੱਥ ਆ। ਜਿਹੜਾ ਉਹਦਾ ਗੁਰੂ ਲਈ ਪਿਆਰ ਆ ਉਹ ਕੋਈ ਧੁਰ ਮਨ ਤੋਂ ਨਹੀਂ ਆਉਂਦਾ ਪਿਆ, ਉਹਦੇ ਜਿਹਨ 'ਚੋਂ, ਉਹਦੀ ਰੂਹ ਤੋਂ ਨਹੀਂ ਆਉਂਦਾ ਪਿਆ ਹੈਗਾ। ਉਹ ਜਿਹੜਾ ਪਿਆਰ ਆ ਉਹ ਐਕਚੁਅਲੀ ਅਡੰਬਰ ਆ। ਕੋਈ ਬਿਰਲਾ ਟਾਵਾਂ ਹਿੰਦੂ ਜਾਂ ਜਿਹੜਾ ਹੈਗਾ ਇਸ ਸਮਾਜ 'ਚੋਂ ਬੰਦਾ ਏ, ਉਹ ਹੋ ਸਕਦੇ ਨੇ ਕਿ ਗੁਰੂ ਨਾਲ ਸੱਚੇ ਦਿਲੋਂ ਪਿਆਰ ਕਰਦੇ ਹੋਣ। ਪਰ ਜਦੋਂ ਆਪਾਂ ਵਿਆਖਿਆ ਕਰਦੇ ਹਾਂ ਤਾਂ ਆਪਾਂ ਸਮੂਹਿਕ ਰੂਪ 'ਚ ਦੇਖਣਾ ਹੁੰਦਾ, ਨਾ ਕਿ ਬਿਰਲੇ ਟਾਵੇਂ ਬੰਦਿਆਂ ਨੂੰ ਲਿਆ ਕੇ ਵਿਆਖਿਆ ਕਰਨੀ ਹੁੰਦੀ। ਸਾਂਝੀ ਚੇਤਨਾ ਦੀ ਗੱਲ ਕਰ ਰਹੇ ਹੋ? ਮੈਂ ਸਮੂਹਿਕ ਚੇਤਨਾ ਦੀ ਗੱਲ ਕਰ ਰਿਹਾ। ਅਤੇ ਉਹ ਜਿਹੜੇ ਬੰਦੇ ਨੇ ਉਹ ਇਹ ਚਾਹੁੰਦੇ ਨੇ, ਇਹ ਸਾਰੀ ਜਮਾਤ, ਚਾਹੇ ਉਹਨਾਂ ਦੀ ਜਿਹੜੀ ਜਮਾਤ ਰਾਜ ਕਰਦੀ ਆ
ਜਾਂ ਜਿਹੜੀ ਉਹਨਾਂ ਨੂੰ ਤਾਕਤ ਦਿੰਦੀ ਆ ਵੋਟਾਂ ਦੇ ਰੂਪ ਦੇ ਵਿੱਚ, ਜਾਂ ਉਹਨਾਂ ਦੇ ਇੰਟਲੈਕਚੁਅਲਸ ਨੇ, ਕਿ ਜਿਹੜਾ ਸਿੱਖਾਂ ਨੂੰ ਜਿਹੜਾ ਹੈਗਾ ਵਾ ਉਹ ਇਸ ਕਦਰ ਜੱਫੀ ਦੇ ਵਿੱਚ ਲਿਆ ਜਾਵੇ, ਇਸ ਕਦਰ ਨਾਗਵਲ ਉਹਨਾਂ 'ਤੇ ਪਾਇਆ ਜਾਵੇ ਕਿ ਉਹਨਾਂ ਨੂੰ ਅਸਿਮੀਲੇਟ ਕਰਨਾ ਸੁਖਾਲਾ ਹੋ ਜਾਵੇ। ਅਤੇ ਜਿਹੜਾ ਵਰਗ ਉਸ ਗੱਲ ਨੂੰ ਸਮਝ ਲੈਂਦਾ ਸਿੱਖਾਂ 'ਚੋਂ, ਉਹਨੂੰ ਫਿਰ ਉਹ ਜਿਹੜਾ ਹੈਗਾ ਵਾ ਫਿਜ਼ੀਕਲੀ ਖ਼ਤਮ ਕਰਦੇ ਆ। ਜਿਵੇਂ ਖਾੜਕੂ ਲਹਿਰ ਆ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸ਼ਹੀਦ ਹੋਏ, ਉਹ ਵਰਗ ਉਹ ਸੀ ਜਿਹੜਾ ਸਮਝਦਾ ਸੀਗਾ ਕਿ ਇਹ ਜਿਹੜਾ ਵਰਗ ਆ ਇਹਦੀ ਸਾਡੇ ਪ੍ਰਤੀ ਕੀ ਨੀਤੀ ਆ, ਕੁਟਲ ਨੀਤੀ ਕੀ ਹੈ ਇਹਨਾਂ ਦੀ, ਉਹਦੇ ਪ੍ਰਤੀ ਤਾਂ ਫਿਰ ਉਹ ਰੁਖ ਅਖਤਿਆਰ ਕਰਦੇ ਆ। ਇੱਥੇ ਸਿੱਖ ਸਮਾਜ ਜਿਹੜਾ ਹੈਗਾ ਧੋਖਾ ਖਾਂਦਾ। ਦੂਜਾ, ਸਿੱਖ ਸਮਾਜ ਜਿਹੜਾ ਹੈਗਾ ਵਾ ਉਹ ਇੰਡੀਆ ਨੂੰ ਆਪਣੇ ਅੰਦਰੋਂ ਹਲੇ ਕੱਢੇ ਹੀ ਨਹੀਂ ਸਕਿਆ। ਜਿੰਨਾ ਮਰਜ਼ੀ ਖਾਲਸਾ ਰਾਜ ਦੀਆਂ ਗੱਲਾਂ ਕਰੀਏ, ਉਹ ਇੰਡੀਆ ਨੂੰ ਨਹੀਂ ਕੱਢ ਸਕਿਆ ਆਪਣੇ ਅੰਦਰੋਂ। ਇੰਡੀਆ ਨੂੰ ਕੱਢਣ ਦਾ ਮਤਲਬ ਜਿਹੜਾ ਹੈਗਾ ਵਾ ਉਹ ਤੁਹਾਡੇ ਮਤਲਬ ਗੁਰਬਾਣੀ ਦੀ ਜਿਹੜੀ ਹੈਗੀ ਆ, ਉਹ ਜਿਹੜੀ ਵਿਧਾਂਤਕ ਵਿਆਖਿਆ ਜਾਂ ਹਿੰਦੂ ਅਨੁਸਾਰੀ ਵਿਆਖਿਆ, ਉਹ ਤੋਂ ਲਹਿਦਾ ਵਿਆਖਿਆ ਕਰਨੀ, ਆਪਣੀ ਵੱਖਰੀ ਪੋਲੀਟੀਕਲ ਸੋਵਰੈਨਿਟੀ ਦੀ ਗੱਲ ਕਰਨੀ, ਉਹ ਕੱਢੇ ਨਹੀਂ ਸਕਿਆ ਉਸ ਤਰੀਕੇ ਨਾਲ। ਉਹ ਉਹਨੂੰ ਸ਼ਾਨ ਦੇ ਰੂਪ 'ਚ ਦੇਖਦਾ ਵੀ ਹਿੰਦੂ ਜਿਹੜਾ ਹੈਗਾ ਵਾ ਕਿ ਮੈਨੂੰ ਇੱਦਾਂ ਰੈਕਗਨਾਈਜ਼ ਕਰਦਾ ਵਾ। ਕੀ ਇਸ ਨੂੰ ਗੁਲਾਮੀ ਦੇ ਆਸ਼ਕ ਹੋ ਜਾਣਾ ਕਹਿ ਲਿਆ ਜਾਵੇ? ਹਾਂ ਬਿਲਕੁਲ, ਇਹ ਤੁਹਾਡੇ ਧੁਰ ਅੰਦਰ ਗੁਲਾਮੀ ਪਈ ਹੋਈ ਆ, ਮਾਨਸਿਕ ਗੁਲਾਮੀ ਆ। ਅਤੇ ਇਹ ਜਿਹੜੀ ਗੁਲਾਮੀ ਆ ਕੋਈ ਇੱਕ ਦਿਨ 'ਚ ਤਿਆਰ ਨਹੀਂ ਹੋਈ, ਇਹਦਾ ਪੂਰਾ ਨੈਰੇਟਿਵ ਬੰਨਿਆ ਗਿਆ ਵਾ। ਅਤੇ ਹੁਣ ਤਾਂ ਬੜੇ ਸਾਲ ਹੋ ਗਏ ਨੇ ਜਿਹੜੇ ਹੈਗੇ। ਤੁਸੀਂ ਇਹ ਦੇਖ ਲਓ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਆਰੀਆ ਸਮਾਜੀ ਲਹਿਰ ਨੂੰ ਤੁਸੀਂ ਦੇਖ ਲਓ, ਉਹ ਤੋਂ ਪਹਿਲਾਂ ਵੀ ਜਿੱਦਾਂ ਗੁਰਦੁਆਰਾ ਸਾਹਿਬਾਨ 'ਤੇ ਇਹਨਾਂ ਨੇ ਮਹੰਤਾਂ ਨੇ ਕਬਜ਼ੇ ਕਰ ਲਏ ਸੀ, ਉਸ ਪੀਰੀਅਡ ਤੋਂ ਤੋਰ ਲਓ ਤੁਸੀਂ, ਫਿਰ ਉਹ ਇੱਦਾਂ ਹੀ ਵਿਕਸਿਤ ਹੁੰਦੀ ਹੁੰਦੀ ਅੱਜ ਤਾਈਂ ਆ ਗਈ ਆ। ਜਦ ਕਿ ਸਾਡੇ ਵੱਲੋਂ ਜਿਹੜੀ ਬੌਧਿਕ ਪ੍ਰੈਕਟਿਸ ਹੋਣੀ ਚਾਹੀਦੀ ਸੀ, ਅਭਿਆਸ ਹੋਣਾ ਚਾਹੀਦਾ ਸੀ, ਕੰਮ ਹੋਣਾ ਚਾਹੀਦਾ ਸੀ, ਉਹ ਤਾਂ ਹੋਇਆ ਹੀ ਨਹੀਂ। ਚਾਹੇ ਅਸੀਂ ਜਿੰਨੀ ਮਰਜ਼ੀ ਇਮਾਨਦਾਰੀ ਨਾਲ ਕੀਤਾ, ਪਰ ਉਸ ਦੇ ਵਿੱਚ ਜਿਹੜਾ ਫਰੇਮਵਰਕ ਆ ਉਹ ਅਸੀਂ ਪੁਰਾਣਾ ਹੀ ਰੱਖਿਆ। ਗੁਰੂ ਸਾਹਿਬ ਨਾਲ ਪਿਆਰ ਵੀ ਪ੍ਰਗਟ ਕੀਤਾ, ਸਭ ਕੁਛ ਕੀਤਾ, ਪਰ ਜਦ ਤੱਕ ਵਿਚਾਰ ਚੌਕਟਾ ਨਹੀਂ ਤੁਸੀਂ ਭੰਨਦੇ ਉਸ ਆਈਡੀਓਲੋਜੀ ਦਾ, ਮਤਲਬ ਮੈਂ ਵਿਪਰ ਸੰਸਕਾਰੀ ਆਈਡੀਓਲੋਜੀ ਦਾ ਕਹਿੰਦੇ ਆ, ਤਦ ਤੱਕ ਤੁਸੀਂ ਮੁਕਤ ਨਹੀਂ ਹੋ ਸਕਦੇ, ਤੁਹਾਡੀ ਰੂਹ ਨਹੀਂ ਮੁਕਤ ਹੋ ਸਕਦੀ, ਤੁਸੀਂ ਆਜ਼ਾਦ ਨਹੀਂ ਹੋ ਸਕਦੇ। ਅਤੇ ਇਹ ਮੁਕਤੀ ਜਿਹੜੀ ਹੈਗੀ ਆ ਇਸ ਧਰਤੀ 'ਤੇ ਵੀ ਲੈਣੀ ਆ ਅਸੀਂ। ਜਿਹੜਾ ਆਮ ਤੌਰ 'ਤੇ ਕਹਿ ਦਿੱਤਾ ਜਾਂਦਾ ਵਾ ਕਿ ਜਿਹੜੀ ਧਰਤੀ ਵਾਲੀ ਮੁਕਤੀ ਆ, ਟੈਰੀਟੋਰੀਅਲ ਸੋਵਰੈਨਿਟੀ ਆ, ਉਹਦੇ ਨਾਲ ਤਾਂ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ। ਅਸੀਂ ਤਾਂ ਜਿਹੜਾ ਹੈਗਾ ਵਾ ਸਾਡਾ ਰਾਜ ਤਾਂ ਬ੍ਰਹਿਮੰਡੀ ਆ, ਇਹ ਨਹੀਂ ਗੱਲ ਹੈਗੀ। ਜੇ ਗੁਰੂ ਸਾਹਿਬ ਧਰਤੀ 'ਤੇ ਆਏ ਨੇ, ਪ੍ਰਗਟ ਹੋਏ ਨੇ, ਜੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਦਾ ਪ੍ਰਕਾਸ਼ ਕੀਤਾ ਵਾ, ਜੇ ਉਹਨਾਂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਆ, ਤਾਂ ਇਹਦਾ ਮਤਲਬ ਅਕਾਲ ਪੁਰਖ ਨੇ ਜਿਹੜਾ ਇੱਕ ਰਿਸ਼ਤਾ ਜੋੜਿਆ ਵਾ ਸਿੱਖ ਦਾ ਧਰਤੀ ਦੇ ਨਾਲ। ਜਦ ਧਰਤੀ ਨਾਲ ਤੁਹਾਡਾ ਰਿਸ਼ਤਾ ਜੁੜ ਗਿਆ, ਫਿਰ ਤੁਹਾਡਾ ਪੋਲੀਟਿਕਸ ਨਾਲ, ਸੋਵਰੈਨਿਟੀ ਨਾਲ ਰਿਸ਼ਤਾ ਤੁਹਾਡਾ ਕਿੱਦਾਂ ਟੁੱਟ ਸਕਦਾ? ਸੋ ਇਸ ਕਰਕੇ ਸਾਨੂੰ ਜਿਹੜੀ ਵਿਆਖਿਆ ਵਾ ਇਹ ਪ੍ਰਵਰ ਰੂਪ 'ਚ ਕਰਨੀ ਚਾਹੀਦੀ ਹੈ। ਪਰ ਮੈਂ ਹੁਣ ਵੀ ਜਿੰਨਾ ਦੇਖਦਾ ਪਿਆ ਹੈਗਾ, ਉਹਦੇ ਵਿੱਚ ਉਹ ਪੁਰਾਣਾ ਹੀ ਪ੍ਰਸੰਗ ਚੱਲੀ ਆਉਂਦਾ ਪਿਆ, ਜਿਹੜੀ ਮੰਦਭਾਗੀ ਗੱਲ ਆ। ਸਿੱਖਾਂ ਦੇ ਸੰਬੰਧ ਵਿੱਚ ਮੈਂ ਤਕਰੀਬਨ ਤੁਹਾਡੀ ਗੱਲ ਵਰਗਾ ਹੀ ਸਵਾਲ ਆ ਕਿ ਪੋਲੀਟੀਕਲ ਸੋਵਰੈਨਟੀ, ਰਾਜਨੀਤਿਕ ਤੌਰ 'ਤੇ ਪ੍ਰਭੂ ਸੱਤਾ ਸੰਪੰਨ ਹੋਣ ਦੀ ਜਿਹੜੀ ਗੱਲ ਆ, ਉਹ ਕਿੰਨਾ ਕੁ ਮਾਇਨਾ ਰੱਖਦੀ ਆ? ਕੀ ਤੁਹਾਡੀ ਹੋਂਦ ਤੱਕ ਦੀ ਗੱਲ ਰੱਖਦੀ ਹੈ? ਦੇਖੋ, ਹੋਂਦ ਦੀ ਗੱਲ ਵੀ ਉਹਦੇ ਵਿੱਚ ਪਈ ਹੁੰਦੀ ਆ। ਹੋਂਦ ਦੀ ਗੱਲ ਬਹੁਤ ਇੰਪੋਰਟੈਂਟ ਹੁੰਦੀ ਆ। ਤੁਹਾਡੇ ਜਿਹਦੀ ਸੋਵਰੈਨਿਟੀ ਹੁੰਦੀ ਆ, ਸੰਸਥਾਵਾਂ ਵੀ ਉਹਦੀਆਂ ਹੀ ਹੁੰਦੀਆਂ। ਆਪਾਂ ਅੱਜ ਕਹਿੰਦੇ ਹਾਂ ਵੀ SGPC ਸਾਡੇ ਕੰਟਰੋਲ 'ਚ ਨਹੀਂ ਹੈਗੀ, ਅਸੀਂ ਸੇਵਾ ਨਹੀਂ ਉਹਦੇ ਕਰ ਪਾ ਰਹੇ, ਬਾਦਲ ਕੇ ਕਰਦੇ ਆ। ਇਹ ਠੀਕ ਆ ਗੱਲ ਵੀ SGPC ਦੀ ਸੇਵਾ ਸਾਡੇ ਹੱਥ ਆਵੇ, ਪਰ ਹੁੰਦਾ ਕੀ ਆ ਕਿ ਜਦੋਂ ਤੁਸੀਂ ਗੁਲਾਮ ਹੁੰਦੇ ਆ, ਤੁਹਾਡੇ ਇੰਸਟੀਟਿਊਸ਼ਨ ਦੁਸ਼ਮਣ ਦੇ ਹੱਥ ਹੁੰਦੇ ਆ, ਤੁਹਾਡੀ ਬੁੱਧੀ ਦੁਸ਼ਮਣ ਦੇ ਹੱਥ ਹੁੰਦੀ ਆ, ਤੁਹਾਡਾ ਮਨ, ਤੁਹਾਡਾ ਗਿਆਨ ਸਾਰਾ ਜਿਹੜਾ ਹੈਗਾ ਉੱਧਰੋਂ ਆਉਂਦਾ। ਜਿਵੇਂ ਹਿੰਦ ਦੀ ਚਾਦਰ, ਜਿਹਨੂੰ ਮਰਜ਼ੀ ਪੁੱਛ ਲਓ, ਕਹਿਣਗੇ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ। ਸ਼ਾਇਦ 100-99 ਬੰਦੇ ਹੀ ਹਿੰਦ ਦੀ ਚਾਦਰ ਚਾਦਰ ਹੀ ਕਹਿਣਗੇ। ਉਹਨਾਂ ਨੂੰ ਕੋਈ ਜਿਹੜਾ ਹੈਗਾ ਕੋਈ ਉੱਚ ਉਜਰ ਨਹੀਂ ਹੈਗਾ, ਕੁਛ ਗਲਤ ਨਹੀਂ ਲੱਗੂਗਾ ਉਹਨਾਂ ਨੂੰ।
ਤੇ ਜੇ ਤੁਸੀਂ ਉਹਨਾਂ ਨੂੰ ਟੋਕੋਗੇ ਵੀ ਤਾਂ ਉਹ ਸ਼ਾਇਦ ਤੁਹਾਡੀ ਗੱਲ ਤੇ ਇਤਰਾਜ਼ ਵੀ ਕਰਨ ਵੀ ਤੁਸੀਂ ਜਿਹੜਾ ਹੈਗਾ ਵਾ ਇੱਦਾਂ ਤੋੜਦੇ ਕਿਉਂ ਪਏ ਆ। 9 ਮਾਸ ਦਾ ਰਿਸ਼ਤਾ ਜਿਹੜਾ ਹੈਗਾ ਤੋੜਨ ਵਾਲੀਆਂ ਗੱਲਾਂ ਨੇ, ਇਹ ਵੰਡੀ ਪਾਉਣ ਵਾਲੀਆਂ ਗੱਲਾਂ ਨੇ। ਸੋ ਇਹ ਦੂਜਾ ਜਿਹੜੀ ਹੋਂਦ ਵਾਲੀ ਗੱਲ ਆ ਉਹਦੇ ਵਿੱਚ ਇਹ ਸਾਰੀਆਂ ਗੱਲਾਂ ਪਈਆਂ ਹੁੰਦੀਆਂ ਕਿ ਉਹਨਾਂ ਨੇ ਤੁਹਾਡੀ ਆਈਡੀਓਲੋਜੀ ਨੂੰ ਕਾਬੂ ਕਰ ਲਿਆ ਹੁੰਦਾ। ਜਿਹੜਾ ਤੁਹਾਡੀ ਥਿਓਲੋਜੀ ਆ ਉਹ ਵਿਆਖਿਆ ਕਰਦੇ ਨੇ, ਤੁਹਾਡੀ ਗੁਰਬਾਣੀ ਨੂੰ ਕਿੱਦਾਂ ਜਿਹੜਾ ਵਿਆਖਿਆ ਕਰਨੀ ਆ ਉਹ ਉਹਨਾਂ ਨੇ ਕਰਨੀ ਆ। ਜਿਹੜੇ ਬ੍ਰਿਲੀਅੰਟ ਮਾਈਂਡ ਹੁੰਦੇ ਆ ਉਹ ਉਹਨਾਂ ਦੀ ਤਾਬੇਦਾਰੀ 'ਚ ਹੁੰਦੇ ਆ ਸਟੇਟ ਦੀ 'ਚ, ਜਿਹੜੇ ਕਿ ਕੌਮ ਦੀ ਸੇਵਾ 'ਚ ਹੋਣੇ ਚਾਹੀਦੇ ਆ, ਅਤੇ ਉਹ ਉਲਟਾ ਜਿਹੜਾ ਹੈਗਾ ਕੌਮ ਦਾ ਨੁਕਸਾਨ ਕਰ ਰਹੇ ਹੁੰਦੇ ਨੇ। ਫਿਰ ਇਹ ਇਕੱਲੀ ਗੱਲ ਹੋਣ ਦੀ ਵੀ ਹੈ ਨਹੀਂ। ਗੁਰੂ ਸਾਹਿਬ ਨੇ ਸਾਨੂੰ ਪਾਤਸ਼ਾਹੀ ਬਖਸ਼ੀ ਆ। ਜਿਹੜੀ ਪਾਤਸ਼ਾਹੀ ਬਖਸ਼ੀ ਆ ਉਹ ਫਿਰ ਹੋਂਦ ਤੋਂ ਅੱਗੇ ਜਾਂਦੀ ਆ। ਉਹ ਹੋਂਦ ਤੋਂ ਅੱਗੇ ਜਾ ਕੇ ਇੱਥੇ ਆਉਂਦੀ ਆ ਕਿ ਸਿੱਖਾਂ ਨੇ ਐਸਾ ਵਰਲਡ ਆਰਡਰ ਸਿਰਜਣਾ ਵਾ। ਕਿਉਂਕਿ ਜਿਹੜੇ 2 ਵਰਲਡ ਆਰਡਰ ਪਿਛਲੇ ਸਮਿਆਂ ਦੇ ਵਿੱਚ ਆਏ ਆ, ਇੱਕ ਸਮਾਜਵਾਦ ਵਾਲਾ ਅਤੇ ਦੂਜਾ ਪੂੰਜੀਵਾਦ ਵਾਲਾ, ਜੇ ਤੁਸੀਂ ਦੇਖੋ ਉਹਨਾਂ ਨੂੰ ਤਾਂ ਵੈਸੇ ਤਾਂ ਉਹਨਾਂ ਦਾ ਆਪਸ 'ਚ ਬਹੁਤ ਟਕਰਾਅ ਵਾ, ਪਰ ਉਹਨਾਂ 'ਚ ਸਾਂਝ ਵੀ ਆ। ਕਿਉਂਕਿ ਉਹਨਾਂ ਦੀ ਜਿਹੜੀ ਸੁਰਤ ਆ ਉਹ ਪੂੰਜੀ ਦੇ ਦੁਆਲੇ ਹੀ ਘੁੰਮਦੀ ਆ। ਅਤੇ ਆਪਣਾ ਕਿਸਾਨ ਸੰਘਰਸ਼ ਵੀ ਹੁਣ ਚੱਲਦਾ ਪਿਆ, ਉਹ 'ਚ ਦੇਖੋ ਤੁਸੀਂ ਪੂੰਜੀ ਵਾਲੀ ਗੱਲ ਜਿਹੜੀ ਹੈਗੀ ਉਹ ਕਿੱਦਾਂ ਪਈ ਹੋਈ ਆ। ਅਤੇ ਇਹ ਆਪਾਂ ਵੱਖਰਾ ਵਰਲਡ ਆਰਡਰ ਸਿਰਜ ਕੇ ਉੱਥੇ ਇੱਕ ਐਸੀ ਉਦਾਹਰਨ ਮਿਸਾਲ ਪੈਦਾ ਕਰਨੀ ਆ ਜਿਹਨੇ ਸੰਸਾਰ ਦੇ ਵਿੱਚ ਇੱਕ ਨਵਾਂ ਚੇਂਜ ਲੈ ਕੇ ਆਉਣਾ। ਸਰਦਾਰ ਕਪੂਰ ਸਿੰਘ ਕਿਹਾ ਕਰਦੇ ਸੀਗੇ ਵੀ ਰਾਜ ਕਰੇਗਾ ਖਾਲਸਾ ਦੇ ਵੀ ਅਰਥ ਕੀ ਨੇ। ਉਹ ਜਦੋਂ ਅਰਥ ਕਰਦੇ ਹੁੰਦੇ ਸੀ ਵੀ ਉਹ ਅਰਥ ਇਹ ਨੇ ਵੀ ਇੱਕ ਤਾਂ ਖਾਲਸੇ ਦਾ ਰਾਜ ਹੋਊਗਾ। ਹਾਲਾਂਕਿ ਵੈਸੇ ਉਹਨਾਂ ਨੇ ਕਦੀ ਪੂਰਨ ਸੋਵਰੈਂਟੀ ਦੀ ਗੱਲ ਤਾਂ ਨਹੀਂ ਕੀਤੀ, ਅਤੇ ਪਰ ਉਹ ਰਾਜ ਦੀ ਗੱਲ ਕਰਦੇ ਸੀ, ਸ਼ੇਅਰਡ ਸੋਵਰੈਨਿਟੀ ਦੀ ਗੱਲ ਕਰਦੇ ਹੁੰਦੇ ਸੀਗੇ, ਮਤਾ ਆਨੰਦਪੁਰ ਜਿਹੜਾ। ਅਤੇ ਦੂਜੀ ਜਿਹੜੀ ਗੱਲ ਆ ਉਹਨਾਂ ਦੀ ਇਹ ਹੁੰਦੀ ਸੀ ਕਿ ਉਹ ਜਿਹੜਾ ਮਾਡਲ ਆ ਹੈਗਾ ਉਹ ਦੁਨੀਆ ਲਈ ਐਗਜ਼ਾਮਪਲ ਹੋਊਗਾ, ਬਦਲ ਹੋਊਗਾ। ਸੋ ਸਿੱਖ ਪਾਤਸ਼ਾਹੀ ਜਿਹੜੀ ਹੈਗੀ ਆ ਉਹ ਬਹੁਤ ਦੂਰ 'ਤੇ ਜਾਂਦੀ ਆ। ਉਹਨੇ ਬ੍ਰਹਿਮੰਡ ਨੂੰ ਕਲਾਵੇ 'ਚ ਲੈਣਾ ਆਪਣਾ। ਜਿਵੇਂ ਕਿ ਤੁਸੀਂ ਕਿਸਾਨੀ ਸੰਘਰਸ਼ ਦੀ ਗੱਲ ਕੀਤੀ, ਤੁਹਾਡਾ ਇਹ ਕਹਿਣ ਦਾ ਹੈ ਕਿ ਉਹ ਸਿਰਫ ਆਰਥਿਕਤਾ ਤੱਕ ਦੀ ਗੱਲ ਰੁਕੀ ਹੋਈ ਆ, ਜਦ ਕਿ ਜਦੋਂ ਕਿਸੇ ਕੌਮ ਕੋਲ ਸੋਵਰੈਂਟੀ ਆਉਂਦੀ ਹੈ, ਕਿਸੇ ਖਿੱਤੇ ਕੋਲ ਆਉਂਦੀ ਆ, ਤਾਂ ਉਹ ਫਿਰ ਆਰਥਿਕਤਾ ਵਰਗੇ ਮੁੱਦੇ ਤਾਂ ਉਹਦਾ ਇੱਕ ਹਿੱਸਾ ਹੀ ਹੁੰਦੇ ਨੇ। ਹਾਂ, ਆਰਥਿਕਤਾ ਵਰਗੇ ਮੁੱਦੇ ਜਿਹੜੇ ਹੈਗੇ ਪਾਰਟ ਨੇ, ਉਹਦਾ ਇੰਪੋਰਟੈਂਟ ਹੁੰਦੇ ਨੇ, ਪਰ ਪਾਰਟ ਹੁੰਦੇ ਨੇ। ਤੁਹਾਡੀ ਜ਼ਿੰਦਗੀ, ਤਰਜ਼ ਜ਼ਿੰਦਗੀ ਉਹ ਤੈਅ ਕਰਦੇ ਨੇ। ਹੁਣ ਉਹਨਾਂ ਨੂੰ ਲੱਗਦਾ ਕਿ ਇਸ ਜ਼ਮੀਨ ਦੀ ਜਿਹੜੀ ਹੈਗੀ ਆ ਕੀਮਤ ਬਹੁਤ ਆ। ਜਿਹੜਾ ਪੂੰਜੀਵਾਦੀ ਸਟਰਕਚਰ ਆ ਜਿਹੜਾ ਹੈਗਾ ਸਾਰਾ, ਉਹ ਜਿਹੜੀ ਬੈਲਟ ਬਣਦੀ ਪਈ, ਜਿਹੜੀ ਰੋਡ ਜਿਹੜੀ ਹੈਗੀ ਆ ਵੀ ਚਾਈਨਾ ਵਾਲੀ ਜਿਹੜੀ ਉਹ ਜਿਹੜਾ ਹੈਗਾ, ਉਹਨਾਂ ਨੂੰ ਲੱਗਦਾ ਕਿ ਇਹਦੀ ਬੜੀ ਇੰਪੋਰਟੈਂਸ ਆ। ਅਤੇ ਪਰ ਉਹ ਇਸ ਚੀਜ਼ ਨੂੰ ਕਿਹਦੇ ਬਲ 'ਤੇ ਮਨਾਉਂਦੇ ਪਏ ਨੇ। ਉਹ ਪਹਿਲਾਂ ਆਰਡੀਨੈਂਸ ਲੈ ਕੇ ਆਏ। ਆਰਡੀਨੈਂਸ ਕਿਹਦੇ ਬਲ 'ਤੇ ਲੈ ਕੇ ਆਏ? ਫਿਰ ਉਹਨਾਂ ਨੇ ਪਾਰਲੀਮੈਂਟ 'ਚ ਪਾਸ ਕੀਤਾ। ਉਹ ਕਿਹਦੇ ਬਲ 'ਤੇ ਪਾਸ ਕੀਤਾ? ਕਿਉਂਕਿ ਉਹਨਾਂ ਕੋਲ ਸੋਵਰੈਨਿਟੀ ਸੀਗੀ, ਉਹਨਾਂ ਕੋਲ ਪੋਲੀਟੀਕਲ ਪਾਵਰ ਸੀ, ਉਹਨਾਂ ਕੋਲ ਆਪਣਾ ਰਾਜ ਸੀ, ਸਟੇਟ ਸੀ। ਅਸੀਂ ਕੱਲ੍ਹ ਇਹ ਸ਼ਹੀਦ ਹੁੰਦੇ ਪਏ ਹਾਂ ਉੱਥੇ ਦਿੱਲੀ ਦੇ ਬਾਰਡਰ 'ਤੇ, ਜਾਂ ਇੱਥੇ ਸਾਡੇ ਬੰਦੇ ਆਤਮ ਹੱਤਿਆ ਕਰਦੇ ਆ, ਕਿਉਂਕਿ ਅਸੀਂ ਸਟੇਟਲੈਸ ਹਾਂ। ਅਸੀਂ ਆਪਣੀ ਨੀਤੀ ਹੀ ਨਹੀਂ ਕੱਢ ਸਕਦੇ। ਉਹਨਾਂ ਨੇ ਤਾਂ ਉਹ ਫੈਡਰਲ ਸਟਰਕਚਰ 'ਤੇ ਜੋ ਮਾੜਾ ਕੁਛ ਦਿੱਤਾ ਸੀ ਉਹ ਵੀ ਖੋਣ 'ਤੇ ਆ ਗਏ ਨੇ, ਉਹ ਖੋਏ ਲਿਆ ਵਾ। ਸੋ ਪੋਲੀਟਿਕਸ ਦੇ ਵਿੱਚ ਇੱਕ ਇਮਾਨਦਾਰੀ ਵੀ ਹੁੰਦੀ ਆ। ਜਦੋਂ ਤੁਸੀਂ ਦੂਜੀ ਕੌਮ ਨੂੰ ਆਪਣੇ ਨਾਲ ਲੈਂਦੇ ਹੋ ਤਾਂ ਇੱਕ ਇਮਾਨਦਾਰੀ ਹੁੰਦੀ ਆ ਕਿ ਮੈਂ ਜਿਹੜਾ ਤੇਰੇ ਨਾਲ ਸਮਝੌਤਾ ਕੀਤਾ ਮੈਂ ਨਿਭਾਊਂਗਾ। ਪਰ ਸਾਡੇ ਸਾਹਮਣੇ ਆ, ਸਿੱਖਾਂ ਨਾਲ ਜੋ ਹੋਇਆ ਉਹ ਸਾਡੇ ਸਾਹਮਣੇ ਆ। ਕਸ਼ਮੀਰੀਆਂ ਦੀ 370 ਜਿੱਦਾਂ ਖੋਈ ਆ ਉਹ ਸਾਡੇ ਸਾਹਮਣੇ ਆ। ਇਹ ਜਿਹੜਾ ਕਿਸੇ ਨੂੰ ਭੁਲੇਖਾ ਹੋ ਸਕਦਾ ਉਹ ਕੱਢ ਲੈਣਾ ਚਾਹੀਦਾ ਮੇਰਾ ਖਿਆਲ। ਜਿਹੜੇ ਕਹਿੰਦੇ ਨੇ ਕਿ ਫੈਡਰਲ ਸਟਰਕਚਰ ਲੈਣੀ ਚਾਹੀਦੀ ਆ, ਜੇ ਇੰਨੇ ਸੱਚ ਪ੍ਰਗਟ ਹੋ ਗਏ ਨੇ ਫਿਰ ਵੀ ਤੁਸੀਂ ਇੱਦਾਂ ਦੀਆਂ ਗੱਲਾਂ ਸੋਚਣੀਆਂ ਨੇ, ਤਾਂ ਇਹਦਾ ਮਤਲਬ ਇਹ ਆ ਕਿ ਤੁਸੀਂ ਇੰਡੀਆ ਦੀ ਜਿਹੜੀ ਗੁਲਾਮੀ ਆ, ਇੰਡੀਅਨ ਸਟੇਟ ਦੀ ਜਿਹੜੀ ਗੁਲਾਮੀ ਆ, ਆਪਣੇ ਤਮਾਮ ਦਰਦ ਇਮਾਨਦਾਰੀ ਦੇ ਬਾਵਜੂਦ ਉਹਦੇ ਅੰਦਰ ਹੀ ਰਹਿਣਾ ਚਾਹੁੰਦੇ ਹੋ। ਇੱਕ ਸਵਾਲ ਇਹ ਵੀ ਪੈਦਾ ਹੁੰਦਾ ਕਿ ਜੇ ਖੁਦ ਮੁਖਤਿਆਰੀ ਆਖਰ ਕਿਸ ਤੋਂ?
ਖੁਦ ਮੁਖਤਿਆਰੀ ਜਿਹੜੀ ਹੈਗੀ ਆ ਲੈਣ ਦੀ, ਖੁਦ ਮੁਖਤਿਆਰੀ ਦੀ ਗੱਲ ਜੇ ਪੋਲੀਟੀਕਲ ਮੈਂ ਟਰਮ ਦੇ ਵਿੱਚ ਕਰਾਂ ਤਾਂ ਉਹ ਤਾਂ ਸ਼ੇਅਰਡ ਸੋਵਰੈਨਿਟੀ ਆ। ਇੰਡੀਅਨ ਸਟੇਟ ਕੋਲ ਲੈਣੀ ਆ ਤੁਸੀਂ ਕਿ ਮਤਾ ਆਨੰਦਪੁਰ ਨੂੰ ਤੁਸੀਂ ਰੱਖ ਲਓ ਖੁਦ ਮੁਖਤਿਆਰੀ ਦੇ ਵਿੱਚ, ਜਿਹੜਾ ਹੈਗਾ ਕਿ ਜਿੱਦਾਂ ਇਹਨਾਂ ਦੇ ਕੋਲ ਸੀਗੀ ਪਹਿਲਾਂ 370 ਨੂੰ ਤਾਂ ਬਹੁਤ ਖੋਰ ਦਿੱਤਾ ਸੀ ਇਹਨਾਂ ਨੇ ਤੋੜਨ ਤੋਂ ਪਹਿਲਾਂ ਕਸ਼ਮੀਰ ਨੂੰ, ਵੀ ਉਹਦੇ ਵਿੱਚ ਤੁਹਾਡਾ ਜਿਹੜਾ ਆਪਣਾ ਜਿਹੜਾ ਕੰਮ ਕਰਨ ਦੀ, ਆਪਣੀ ਫੈਸਲੇ ਲੈਣ ਦੀ ਜਿਹੜਾ ਹੈਗਾ ਵਾ ਇੱਕ ਆਪਣੀ ਪੋਲੀਟੀਕਲ ਜਿਹੜੀ ਵਿਲ ਆ ਉਹਨੂੰ ਉਤਾਰਨ ਦੀ ਉਹ ਤਾਕਤ ਤੁਹਾਡੇ ਕੋਲ ਹੋਊਗੀ। ਪਰ ਫਿਰ ਵੀ ਇੰਟੈਲੀਜੈਂਸ, ਸੈਂਟਰਲ ਇੰਟੈਲੀਜੈਂਸ ਏਜੰਸੀਆਂ ਉਹਨਾਂ ਦੀਆਂ ਜਿਹੜੀਆਂ ਡੇਗਦੀਆਂ ਨੇ ਸਭ ਕੁਛ, ਸਰਕਾਰਾਂ ਡੇਗਦੀਆਂ ਨੇ। ਜਦੋਂ 370 ਸੀ ਉੱਥੇ ਆਈਬੀ ਸਰਕਾਰ ਚਲਾਉਣ ਲੱਗੀ ਹੋਈ ਸੀ ਜਾਂ ਇੰਟੈਲੀਜੈਂਸ ਏਜੰਸੀਆਂ ਚਲਾਉਂਦੀਆਂ ਸੀ ਸਰਕਾਰਾਂ? ਕੌਣ ਚਲਾਉਂਦਾ ਸੀ ਉੱਥੇ? ਪੈਸੇ ਖਰੀਦ ਕੇ ਐਮਐਲਏ ਜਿਹੜੇ ਸੀਗੇ ਉਹਨਾਂ ਦੇ ਉਹ ਖਰੀਦੇ ਜਾਂਦੇ ਸੀਗੇ। ਫਿਰ ਦੂਜੀ ਗੱਲ ਇਹ ਆ ਇੱਥੇ ਜਿਹੜੀ ਇੰਪੋਰਟੈਂਟ ਜਿਹੜੀ ਹੈਗੀ ਆ, ਇੱਕ ਬਹੁਤ ਵੱਡਾ ਐਕਸਪੀਰੀਅੰਸ ਆ ਸਾਡੇ ਸਾਹਮਣੇ। ਨਾਗਾਜ਼ ਨੇ ਸੰਘਰਸ਼ ਛੱਡ ਦਿੱਤਾ 97 ਦੇ ਵਿੱਚ। ਹਥਿਆਰਬੰਦ ਦੀ ਗੱਲ ਕਰਦੇ ਹੋ? ਹਾਂਜੀ ਹਾਂਜੀ ਹਾਂਜੀ। ਅਤੇ ਆ 21 ਆ ਗਿਆ, ਬੜਾ ਲੰਮਾ ਡਾਇਲੋਗ ਚੱਲਿਆ। ਜਿੱਦਾਂ ਕਹਿੰਦੇ ਹੁੰਦੇ ਆ ਨਾ ਕਿ ਹੱਡਾਂ ਨੂੰ ਜੰਗ ਲੱਗ ਜਾਣਾ, ਵੀ ਇਸ ਵੇਲੇ ਉਹਨਾਂ ਦੇ ਹੱਡਾਂ ਨੂੰ, ਜਿਹੜੇ ਉਹਨਾਂ ਦੇ ਫੌਜੀ ਹੋਣਗੇ, ਮੈਨੂੰ ਲੱਗਦਾ ਵੀ ਹੱਡਾਂ ਨੂੰ ਜੰਗ ਲੱਗ ਗਿਆ ਹੋਊਗਾ। ਇੰਡੀਅਨ ਸਟੇਟ ਉਹਨਾਂ ਨੂੰ ਖੋਰ ਦੀ ਇੱਥੇ ਤੱਕ ਲੈ ਆਈ ਆ ਕਿ ਉਹ ਇੱਕ ਜਸਟ ਕੌਨਸਟੀਟਿਊਸ਼ਨ ਮੰਗਦੇ ਨੇ ਅਤੇ ਇੱਕ ਝੰਡਾ ਮੰਗਦੇ ਨੇ ਆਪਣਾ। ਕੁਛ ਗੱਲ ਜਿਹੜੇ ਇਲਾਕੇ ਆ ਨਾਲ ਲੱਗਦੇ ਨਾਗਾ ਇਲਾਕੇ ਜਿਹੜੇ ਹੈਗੇ ਉਹਨਾਂ ਦੀ ਵੀ ਗੱਲ ਹੈਗੀ ਆ, ਪਰ ਕੌਨਸਟੀਟਿਊਸ਼ਨ 'ਤੇ ਬੜੇ ਦ੍ਰਿੜ ਨੇ ਉਹ ਮੁਈਵਾ ਜਾਂ ਉਹਨਾਂ ਵਾਲਾ ਗਰੁੱਪ ਜਿਹੜਾ ਹੈਗਾ, IM ਗਰੁੱਪ ਜਿਹੜਾ ਹੈਗਾ। ਪਰ ਉਹਨਾਂ ਨੇ ਉਹ ਗੱਲ ਮੰਨਣ ਤੋਂ ਵੀ ਇਨਕਾਰੀ ਨੇ। ਇੰਡੀਅਨ ਸਟੇਟ ਦੀ ਤੁਸੀਂ ਡਾਇਲੋਗ ਜਦ ਕਰਦੀ ਆ ਤਾਂ ਕਿੱਥੇ ਤੱਕ ਲੈ ਜਾਂਦੀ ਆ। ਸੋ ਸਿੱਖਾਂ ਨੂੰ ਵੀ ਇਹ ਗੱਲ ਭਵਿੱਖ ਦੇ ਸੰਘਰਸ਼ ਵਿੱਚ, ਚਾਹੇ ਡੈਮੋਕ੍ਰੈਟਿਕ ਆ ਚਾਹੇ ਦੂਜਾ, ਉਹ ਜਿਨ੍ਹਾਂ ਨੇ ਕਰਨਾ ਸੰਘਰਸ਼ ਉਹਨਾਂ ਦੀ ਗੱਲ। ਸੋ ਇਹ ਤਜਰਬੇ ਵਜੋਂ ਯਾਦ ਰੱਖਣ ਵਾਲੀ ਤਜਰਬੇ ਵਜੋਂ ਯਾਦ ਰੱਖਣ ਕਿ ਇੰਡੀਅਨ ਸਟੇਟ ਜਿਹੜੀ ਹੈਗੀ ਆ, ਜਦੋਂ ਤੁਹਾਨੂੰ ਈਵਨ ਇਹਦੀ ਇੰਟਰਵਿਊ ਸੀਗੀ ਯਾਸਿਨ ਮਲਿਕ ਦੀ, ਜਦੋਂ ਇਹ ਫੜਿਆ ਗਿਆ ਹਸਪੀਟਲ ਦਾਖਲ ਸੀ ਇਹ, ਅਤੇ ਉਹ ਕਹਿੰਦਾ ਵੀ ਸਾਡੇ ਕੋਲ ਕਈ ਬੁੱਧੀਜੀਵੀ ਆਏ, ਕੁਲਦੀਪ ਨਈਅਰ ਹੋਰ ਕਈ, ਅਤੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਸੰਘਰਸ਼ ਛੱਡ ਦਿਓ, ਤੁਸੀਂ ਐਜ਼ ਏ ਡੈਮੋਕ੍ਰੈਟਿਕ ਆਓ, ਅਸੀਂ ਤੁਹਾਡਾ ਸਾਥ ਦੇਵਾਂਗੇ। ਪਰ ਉਹ ਇੱਥੇ ਹੀ ਨਹੀਂ ਅੱਜ ਬੈਠੇ ਹੋਏ, ਜਿਹੜਾ ਹੈਗਾ ਉਹਨਾਂ ਦਾ ਸਾਰਾ ਕੁਛ ਖੋਹ ਲਿਆ ਗਿਆ ਉਹਨਾਂ ਦੇ ਕੋਲ। ਅਤੇ ਆਇਡੈਂਟੀਟੀ ਜਿਹੜੀ ਹੈਗੀ ਆ ਉਹਨਾਂ ਦੀ ਹੁਣ, ਜਿਹੜੀ ਉਹਨਾਂ ਦੀ ਉੱਥੇ ਉਸ ਖਿੱਤੇ ਦੇ ਵਿੱਚ ਉਹਨਾਂ ਨੂੰ ਘੱਟ ਗਿਣਤੀ ਕਰਕੇ ਜਿਹੜਾ ਹੈਗਾ ਉਹਨਾਂ ਦਾ ਖਿੱਤਾ ਦੀ ਜਿਹੜੀ ਉਹ ਪੂਰੀ ਪਛਾਣ ਆ, ਉਹ ਹੁਣ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਭਾਰਤ ਵਿੱਚ ਜਿਹੜੀ ਸਿੱਖ ਪਛਾਣ ਆ ਉਸ ਨੂੰ ਕਿਸ ਤਰ੍ਹਾਂ ਵੇਖਦੇ ਹੋ? ਇੱਕ ਪਾਸੇ ਤਾਂ ਜਿਹੜਾ ਬਣਿਆ ਹੋਇਆ ਵਿਚਾਰ ਲੋਕਾਂ ਦੇ ਮਨਾਂ 'ਚ ਜੀ ਨੌ ਮਾਸ ਦਾ ਰਿਸ਼ਤਾ, ਪਰ ਨੌ ਮਾਸ ਦਾ ਰਿਸ਼ਤਾ ਇੱਕ ਸਰੀਰ ਦਾ ਤਾਂ ਹੋ ਸਕਦਾ, ਹੁਣ ਤੁਹਾਡਾ ਨੌ ਹੋਵੇ ਤੇ ਮੇਰਾ ਮਾਸ ਹੋਵੇ, ਇੱਦਾਂ ਤਾਂ ਕਦੇ ਹੋ ਨਹੀਂ ਸਕਦਾ। ਜਿਹੜੀ ਗੱਲ ਇਹਦੇ ਵਿਚਾਲੇ ਸਿੱਖ ਆਇਡੈਂਟੀਟੀ ਦੀ ਆ, ਕੀ ਤੁਹਾਡੀ ਆਇਡੈਂਟੀਟੀ ਨੂੰ ਕੋਈ ਹਿੰਦੂ ਜਿਹੜਾ ਵਾ ਜਾਂ ਹਿੰਦੂ ਪੋਲੀਟੀਕਲ ਤੌਰ 'ਤੇ ਜਿਹੜਾ ਵਿਚਰਦਾ, ਜਿਹੜੀ ਉਤਲੀ ਜਮਾਤ ਆ, ਕੀ ਕੋਈ ਉਸ ਪਛਾਣ ਨੂੰ ਮਾਨਤਾ ਦਿੰਦੀ ਆ? ਦੇਖੋ, ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਇਹ ਗੱਲ ਅੱਜ ਬਹੁਤ ਲੋਕਾਂ ਨੂੰ, ਸਾਡੇ ਸਿੱਖਾਂ ਨੂੰ ਕੌੜੀ ਲੱਗਣੀ ਆ, ਪਰ ਕੋਈ ਗੱਲ ਨਹੀਂ। ਸੱਚ ਕਹਿਣ ਦੇ ਵਿੱਚ ਮੇਰੇ ਖਿਆਲ ਗੁਰੇਜ਼ ਨਹੀਂ ਹੋਣਾ ਚਾਹੀਦਾ। ਅੱਜ ਸਾਡੇ ਸਿੱਖ ਸਿਲੰਡਰ ਲੈ ਕੇ ਘਰ ਘਰ ਜਾ ਰਹੇ ਨੇ, ਉਸ ਦਿੱਲੀ ਦੇ ਵਿੱਚ ਵੀ ਜਿੱਥੇ ਸਾਡੇ ਗਲਾਂ ਦੇ ਵਿੱਚ ਟਾਇਰ ਪਏ ਸੀਗੇ, ਅਤੇ ਕਈ ਹਿੰਦੂ ਭਰਾ ਸਿਫਤਾਂ ਵੀ ਬਹੁਤ ਕਰ ਰਹੇ ਨੇ ਵੀ ਇਹ ਕੰਮ ਕਰ ਰਹੇ ਨੇ ਸਾਡਾ। ਤਾਂ ਉਹਨਾਂ ਨੂੰ ਐਂ ਲੱਗਦਾ ਕਿ ਸਾਡੇ ਬਾਰੇ ਇਸ ਸਮਾਜ ਵਿੱਚ ਇੱਕ ਵੱਖਰੀ ਸਥਿਤੀ ਜਾਂ ਵੱਖਰਾ ਇੱਕ ਵਿਊ ਬਣਦਾ ਪਿਆ, ਪੋਜ਼ੀਟਿਵ ਵਿਊ ਬਣਦਾ ਪਿਆ। ਇਹ ਉਹਨਾਂ ਦਾ ਭੁਲੇਖਾ। ਜਿਹੜਾ ਇਹ ਗੁਰੂ ਦੇ ਸੀਸ ਦੇਣ ਦੇ ਬਾਵਜੂਦ ਨਹੀਂ ਚੇਂਜ ਹੋਏ, ਉਹ ਤੁਹਾਡੇ ਸਿਲੰਡਰ ਦੇਣ ਦੇ ਨਾਲ ਚੇਂਜ ਹੋ ਜਾਣਗੇ। ਮੈਂ ਇਹ ਨਹੀਂ ਕਹਿੰਦਾ ਕਿ ਸਿਲੰਡਰ ਨਾ ਦਿਓ, ਪਰ ਇਹ ਵਿਊ ਬਣਾ ਲੈਣਾ। ਮੈਂ ਇਹ ਨਹੀਂ ਕਹਿੰਦਾ ਕਿ ਸੇਵਾ ਨਾ ਕਰੋ, ਪੰਜਾਬ ਨੂੰ ਸੈਂਟਰ ਰੱਖੋ, ਪੰਜਾਬ 'ਚ ਸੇਵਾ ਕਰੋ, ਬਾਕੀ ਜਿੱਥੇ ਕਰ ਸਕਦੇ ਹੋ ਕਰੋ ਸੇਵਾ। ਇਹ ਨਹੀਂ ਹੈਗਾ ਕਿ ਸਾਰੇ ਅਸਾਸੇ ਸਰਮਾਇਆ ਬਾਹਰ ਹੀ ਖਰਚ ਦਿਓ।
ਤੇ ਦੂਜੀ ਗੱਲ ਜਿਹੜੀ ਹੈਗੀ ਆ ਉਹ ਇਹ ਆ ਕਿ ਇਹੀ ਜਿਹੜੇ ਬੰਦੇ ਨੇ ਜਿਹੜੇ ਅੱਜ ਸਾਡੀਆਂ ਸਿਫਤਾਂ ਕਰਦੇ ਨੇ, ਆ ਕਿਸਾਨ ਮੋਰਚੇ ਵੇਲੇ ਵੀ ਕਈ ਕਈ ਆਏ ਨੇ, ਉਹਨਾਂ ਨੇ ਵੀ ਇਹ ਕਿਹਾ ਜੀ ਅਸੀਂ ਖਾਲਿਸਤਾਨੀ ਆ। ਹਿੰਦੂ ਕਈ ਆਏ ਅਸੀਂ ਖਾਲਿਸਤਾਨੀ ਆ। ਤੇ ਨਾਲ ਕਹਿੰਦੇ ਸਨ ਅਸੀਂ ਖਾਲਿਸਤਾਨੀ ਅੱਤਵਾਦੀ ਵੀ ਹਾਂ। ਹਾਂ, ਅੱਤਵਾਦੀ ਸ਼ਬਦ ਯੂਜ਼ ਕਰਦੇ ਸੀਗੇ। ਉਹ ਜਿਹੜਾ ਉਹਨਾਂ ਦਾ ਖਾਲਿਸਤਾਨ ਆ ਨਾ, ਉਹ ਭਾਰਤ ਪ੍ਰਸਤੀ ਵਾਲਾ ਹੀ ਆ। ਤੇ ਜਿੱਦਣ ਗੱਲ ਅਸਲ ਵਿੱਚ ਆਉਣੀ ਆ, ਤੁਹਾਡਾ ਭਾਵ ਕਿ ਉਸ ਦੇ ਉੱਤੇ ਕੋਈ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ। ਨਹੀਂ, ਬਿਲਕੁਲ। ਇਹ ਤਾਂ ਆਪਾਂ ਜਿਹੜਾ ਹੈਗਾ ਵਾ ਭਰਮ ਪਾਲਣ ਵਾਲੀਆਂ ਗੱਲਾਂ ਵਾ। ਇਹ ਕੀ ਹੈ ਕਿ ਜਿੱਦਣ ਤੁਹਾਡੀ ਪੋਲੀਟੀਕਲ ਆਇਡੈਂਟੀਟੀ ਦੀ ਗੱਲ ਆਉਣੀ ਆ, ਕਲਚਰਲ ਤੁਹਾਡੀ ਜਿਹੜੀ ਹੈਗੀ ਆ ਰਿਲੀਜੀਅਸ ਆਇਡੈਂਟੀਟੀ ਦੀ ਗੱਲ ਆਉਣੀ ਆ, ਪੋਲੀਟੀਕਲ ਸੋਵਰੈਨਿਟੀ ਦੀ ਗੱਲ ਆਉਣੀ ਆ, ਕਿ ਉੱਦਣ ਇਹ ਸੱਜਣ ਬੋਲਣਗੇ। ਉੱਥੇ ਸਿਲੰਡਰ ਨਹੀਂ ਚੱਲਣਾ, ਉੱਥੇ ਸਿਲੰਡਰ ਨਹੀਂ ਕਦੇ ਚੱਲਣਾ। ਉੱਥੇ ਜਿਹੜੇ ਉਹ ਆਏ ਵੀ ਆ, ਜਿਹੜੇ ਕਹਿੰਦੇ ਸੀ ਵੀ ਅਸੀਂ ਵੀ ਖਾਲਿਸਤਾਨੀ ਆ, ਉਹ ਦੂਜੀ ਤਰਫ ਖੜੇ ਹੋਣਗੇ, ਦੂਜੇ ਪਾਸੇ ਖੜੇ ਹੋਣਗੇ। ਕਿਉਂਕਿ ਉਹ ਇੰਡੀਆ ਨਾਲ, ਉਹ ਸਿੱਖਾਂ ਨੂੰ ਦੇਖਦੇ ਆ ਇੰਡੀਆ ਨਾਲ ਜੋੜ ਕੇ, ਇੰਡੀਆ ਦੇ ਤਾਬੇਦਾਰ ਦੇ ਤੌਰ 'ਤੇ, ਇੰਡੀਆ ਦੇ ਸੇਵਾਦਾਰ ਦੇ ਤੌਰ 'ਤੇ ਜਿਹੜਾ ਹੈਗਾ ਉਹ ਸਿੱਖਾਂ ਨੇ ਮਤਲਬ ਇੰਨੇ ਸਿਰ ਵੀ ਦੇ ਦਿੱਤੇ। ਜਿਹੜਾ ਹੈਗਾ ਹੁਣ ਸਰਮਾਇਆ ਵੀ, ਅਸਾਸੇ ਵੀ ਸਾਡੇ ਲੱਗ ਰਹੇ ਆ, ਸਾਰਾ ਕੁਝ ਲੱਗ ਰਿਹਾ। ਫਿਰ ਵੀ ਜੇ ਅਸੀਂ ਨਹੀਂ ਸਮਝਦੇ ਕਿ ਪੋਲੀਟੀਕਲ ਸੋਵਰੈਨਿਟੀ ਦੇ ਅਰਥ ਕਿੱਡੇ ਵੱਡੇ ਹੁੰਦੇ ਨੇ। ਅਤੇ ਹੁਣ ਕੱਲ੍ਹ 29 ਜਿਹੜਾ ਹੈਗਾ ਅਪ੍ਰੈਲ ਹੈਗੀ ਆ, ਉਹ ਦਿਨ ਜਿਹੜਾ ਹੈਗਾ ਉਹ ਕਿੱਡਾ ਵੱਡਾ ਦਿਨ ਆ। ਸਿੱਖਾਂ ਨੇ ਜਿਹੜੀ ਰਾਜ ਦੀ ਮਤਲਬ ਸ਼ੇਅਰਡ ਸੋਵਰੈਨਟੀ ਦੀਆਂ ਗੱਲਾਂ ਤਾਂ ਹੁੰਦੀਆਂ ਰਹੀਆਂ, ਆਪਣੇ ਕੁਛ ਛੋਟੇ ਮੋਟੇ ਜਿਹੜੇ ਹੈਗੇ ਸੰਘਰਸ਼ ਵੀ ਹੋਏ, ਮਹਾਰਾਜ ਸਿੰਘ ਹੋਣਾ ਨੇ ਕੀਤਾ, ਉਹ ਕੋਸ਼ਿਸ਼ਾਂ ਹੋਈਆਂ। ਪਰ ਉਸ ਤੋਂ ਬਾਅਦ ਸ਼ੇਅਰਡ ਸੋਵਰੈਨਿਟੀ ਦੀਆਂ ਗੱਲਾਂ ਬਾਬਿਆਂ ਵੇਲੇ, ਗਦਰੀ ਬਾਬਿਆਂ ਵੇਲੇ, ਉਸ ਤੋਂ ਬਾਅਦ ਅਕਾਲੀ ਮੋਰਚਿਆਂ ਦੇ ਵਿੱਚ ਹੁੰਦੀਆਂ ਰਹੀਆਂ। ਪਰ 1986 ਬਹੁਤ ਇੰਪੋਰਟੈਂਟ ਆ ਕਿ ਹਿਸਟਰੀ ਦੇ 1849 ਤੋਂ ਬਾਅਦ 29 ਅਪ੍ਰੈਲ 1986, ਚਾਹੇ ਬੰਦੇ ਉਹਨਾਂ ਵਿੱਚ ਜਿਹੜੇ ਜਿਨ੍ਹਾਂ ਨੇ ਉਹਦੇ ਵਿੱਚ ਹਿੱਸਾ ਲਿਆ ਸੀ, ਉਹ ਨਾ ਉੱਤੇ ਕਮਿਟਮੈਂਟ ਉਹਨਾਂ ਦੀ ਰਹੀ ਹੋਵੇ, ਉਹ ਮੀਨਿੰਗ ਨਹੀਂ ਹੁੰਦੇ। ਮੀਨਿੰਗ ਟੈਕਸਟ ਦਾ ਵਾ, ਉਹਦੀ ਜਿਹੜੀ ਭਾਵਨਾ, ਉਹਦਾ ਮੀਨਿੰਗ ਜਿਹੜਾ ਹੈਗਾ। ਅਤੇ ਉਹਨੇ ਸੋਵਰੈਨਟੀ ਦੀ ਗੱਲ ਨੂੰ ਦੁਬਾਰਾ ਲਿਆਂਦਾ ਅਤੇ ਉੱਤੇ ਸੰਘਰਸ਼ ਛਿੜਿਆ। ਚਾਹੇ ਅੱਜ ਪੰਜਾਬ ਦੀ ਧਰਤੀ 'ਤੇ ਉਹੋ ਜਿਹਾ ਸੰਘਰਸ਼ ਤਾਂ ਨਹੀਂ ਹੈਗਾ, ਪਰ ਮੈਂ ਮੰਨਦਾ ਕਿ ਕੋਈ ਇਹ ਕਹੇ ਕਿ ਪੰਜਾਬ ਦੀ ਧਰਤੀ 'ਤੇ ਸੰਘਰਸ਼ ਹੀ ਹੈ ਨਹੀਂ, ਤਾਂ ਇਹ ਗੱਲ ਗੈਰ ਵਾਜਬ ਹੋਊਗੀ। ਸੰਘਰਸ਼ ਦੀ ਤੀਬਰਤਾ ਉਹੋ ਜਿਹੀ ਨਹੀਂ ਹੈਗੀ, ਉਹ ਮੱਧਮ ਪੈ ਗਈ ਕਾਫੀ, ਪਰ ਸੰਘਰਸ਼ ਜਾਰੀ ਹੈ। ਸੋ ਤੁਸੀਂ ਇਹ ਪੋਲੀਟੀਕਲ ਸੋਵਰੈਨਟੀ ਦੀ ਲਗਾਤਾਰਤਾ ਨੂੰ ਸਿੱਖ ਪਰਪੱਖ ਵਿੱਚ ਜੋੜ ਕੇ ਉਹਦੀ ਲਗਾਤਾਰਤਾ ਦੱਸ ਰਹੇ ਹੋ? ਹਾਂਜੀ, ਮੈਨੂੰ ਬਿਲਕੁਲ ਕਲੀਅਰ ਆ। ਸਿੱਖ ਮਨ ਜਿਹੜੇ ਹੈਗੇ ਨੇ, ਜਦੋਂ ਨਾਅਰੇਬਾਜ਼ੀ ਹੁੰਦੀ ਆ, ਜਿਸ ਵੇਲੇ ਤੁਹਾਡੇ ਇੰਟਲੈਕਚੁਅਲਸ ਬਾਰ-ਬਾਰ ਗੱਲ ਦੁਹਰਾਉਂਦੇ ਨੇ, ਜਿਹੜਾ ਹੈਗਾ ਵਾ ਤੁਹਾਡੇ ਬੰਦਿਆਂ ਨੂੰ ਜਿਹੜਾ ਹੈਗਾ ਬਾਰ-ਬਾਰ ਤੁੰਨਿਆ ਜਾਂਦਾ, ਜੇਲ੍ਹਾਂ ਦੇ ਵਿੱਚ ਟੌਰਚਰ ਹੁੰਦੇ ਨੇ, ਇਹ ਕਿਸ ਗੱਲ ਦੀ ਜਿਹੜੀ ਹੈਗੀ ਆ ਆਪਾਂ ਜਿਹੜਾ ਹੈਗਾ ਵਾ ਪਛਾਣ, ਇਸੇ ਗੱਲ ਦੀ ਆ ਨਾ ਕਿ ਉਹ ਚੱਲ ਰਿਹਾ। ਪਰ ਉਹ ਜਿਹੜੇ ਮਾਸ ਮੂਵਮੈਂਟ ਦੇ ਰੂਪ ਦੇ ਵਿੱਚ ਨਹੀਂ, ਲੋਕ ਲਹਿਰ ਜਿਹੜੀ ਉਸਰਨੀ ਚਾਹੀਦੀ ਆ ਜਿੱਡੀ ਵੱਡੀ, ਕਿਉਂਕਿ ਮੌਜੂਦਾ ਦੌਰ ਵਿੱਚ ਲੋਕ ਲਹਿਰ ਉਸਾਰਨ ਦੀ ਲੋੜ ਆ। ਉਹ ਲੋਕ ਲਹਿਰ ਹਲੇ ਉਸਰਦੀ ਨਹੀਂ ਪਈ ਹੈਗੀ, ਅਤੇ ਉਹਦੇ ਲਈ ਬੌਧਿਕ ਕੰਮ ਜਿੰਨਾ ਹੋਣਾ ਚਾਹੀਦਾ, ਮੈਂ ਜਥੇਬੰਦਕ ਕੰਮ ਨੂੰ ਰੱਦ ਨਹੀਂ ਕਰ ਰਿਹਾ, ਕਈ ਵੇਲੇ ਜਥੇਬੰਦੀਆਂ ਵਾਲੇ ਬੰਦੇ ਇੱਦਾਂ ਸਮਝ ਲੈਂਦੇ ਨੇ। ਬੌਧਿਕ ਕਾਰਜ ਜਿੰਨਾ ਹੋਣਾ ਚਾਹੀਦਾ ਵਾ, ਅਤੇ ਉਹ ਕਾਰਜ ਕਰਨ ਲਈ ਸਾਡੇ ਜਿਹੜੇ ਬੰਦੇ ਨੇ, ਜਿਹੜੇ ਆਪਣੇ ਅਸਾਸੇ ਜਿਹੜੇ ਹੈਗੇ ਖਰਚ ਕਰ ਸਕਦੇ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਠੀਕ ਆ, ਦੂਜੀ ਸੇਵਾ ਵੀ ਕਰੋ, ਪਰ ਇਹ ਸੇਵਾ ਕਰਨ ਦੇ ਵਿੱਚ ਉਹ ਹੱਥ ਖਿੱਚ ਲੈਂਦੇ ਨੇ, ਮੈਂ ਦੇਖਿਆ। ਅਤੇ ਇਹ ਸੇਵਾ ਨੂੰ ਅੱਗੇ ਤੋਰੋ ਅਤੇ ਆਪਣੀ ਕੌਮ ਦੇ ਵਿੱਚ ਜਜ਼ਬ ਕਰਾਓ, ਤਾਂ ਕਿ ਜਿਹੜਾ ਇਹ ਫਰੇਮਵਰਕ ਆ ਇਹ ਭੰਨ ਸਕੀਏ, ਅਸੀਂ ਨਵਾਂ ਪ੍ਰਵਚਨ ਉਸਾਰ ਸਕੀਏ, ਅਤੇ ਇੱਕ ਪੈਰਾਡਾਈਮ ਸ਼ਿਫਟ ਜਿਹੜਾ ਹੈਗਾ ਉਹ ਪੰਜਾਬ ਦੀ ਧਰਤੀ 'ਤੇ ਵਾਪਰੇ। ਮੁਗਲ ਸਟੇਟ ਆ, ਉਹ ਜਿਹੜੇ ਹੈਗੇ ਨੇ ਸ਼ੇਅਰਡ ਸੋਵਰੈਨਿਟੀ 'ਚ ਨੇ ਜਾਂ ਅਰਧ ਪ੍ਰਭੂ ਸੱਤਾ 'ਚ ਨੇ,
ਤੇ ਇਸ ਕਰਕੇ ਉਹ ਪਾਸੇ ਰਹਿ ਜਾਂਦੇ ਨੇ, ਉਹ ਤੁਹਾਡੀ ਬੁੱਧੀ ਦੇ ਵਿੱਚ ਇਦਾਂ ਆਉਂਦੇ ਨਹੀਂ ਹੈਗੇ। ਜਿਹੜਾ ਹੈਗਾ ਹੁਣ 6ਵੇਂ ਪਾਤਸ਼ਾਹ ਦੇ ਨੇ ਆ ਕੇ ਹਰਾ ਕੀਤਾ, ਜਿਹੜਾ ਬੂਟਾ ਹਰਾ ਕੀਤਾ, ਉਹ ਜੋਗੀਆਂ ਨੇ ਜਿਹੜਾ ਸਾੜਿਆ। ਤੇ ਇਹ ਜਿਹੜੀ ਬਿਰਤੀ ਆ ਨਾ, ਜਿਹੜੀ ਹਿੰਦੂ ਬਿਰਤੀ, ਨਾਨਕ ਮਤਾ ਸਾਹਿਬ ਦੀ ਗੱਲ ਕਹਿੰਦੇ ਹੋ? ਹਾਂਜੀ ਹਾਂਜੀ ਹਾਂਜੀ, ਜਿਹੜੀ ਬਿਰਤੀ ਆ ਨਾ, ਇਹ ਸਮੇਂ ਦੇ ਅਨੁਸਾਰ ਆਪਣੇ ਅੰਦਰ ਨੂੰ ਵੀ ਚਲੇ ਜਾਂਦੀ ਆ। ਸਾਰੀ ਨਫ਼ਰਤ, ਸਾਰਾ ਦਵੈਸ਼ ਅੰਦਰ ਲੈ ਜਾਂਦੀ ਆ ਜਦੋਂ ਮਤਲਬ ਉਹਨੂੰ ਲੋੜ ਪੈਂਦੀ ਆ। ਤੇ ਜਦੋਂ ਉਹਦੇ ਕੋਲ ਸਟੇਟ ਆਉਂਦੀ ਆ, ਜਦੋਂ ਉਹਦੇ ਕੋਲ ਤਾਕਤ ਆਉਂਦੀ ਆ, ਫਿਰ ਉਹਦੇ ਜਿਹੜੇ ਹੈਗੇ ਆ ਕਰੂਪ ਰੂਪ ਜਿਹੜਾ ਹੈਗਾ, ਫਿਰ ਉਹ ਬਾਹਰ ਆਉਂਦਾ। ਇਹ ਹੁਣ ਆਪਾਂ ਦੇਖਦੇ ਹਾਂ ਵੀ ਮਹਾਰਾਜਾ ਰਣਜੀਤ ਸਿੰਘ ਵੇਲੇ ਇੰਨੇ ਸਿੱਖ ਬਣ ਗਏ, ਫਿਰ ਜਦੋਂ ਮਰਦਮਸ਼ੁਮਾਰੀ ਹੋਈ ਬਾਅਦ ਵਿੱਚੋਂ, ਤੇ ਫਿਰ ਕਿੱਥੇ ਗਏ? ਕਿਉਂਕਿ ਸਟੇਟ ਜਿਹੜੀ ਹੈਗੀ ਆ, ਉਹ ਅਸੀਂ ਨਹੀਂ ਕਹਿੰਦੇ ਕਿ ਸਟੇਟ ਦੀ ਪਾਵਰ 'ਤੇ ਸਿੱਖ ਬਣਾਉਣੇ ਆ, ਪਰ ਉਹ ਆਪਣੇ ਮਰਜ਼ੀ ਨਾਲ ਬਣੇ ਹੋਏ ਸੀ। ਫੈਲਦਾ ਵਾ, ਹਾਂ, ਤੁਹਾਨੂੰ ਫੈਲਦਾ, ਉਹ ਬਰਕਤਾਂ ਲੈਣੀਆਂ ਚਾਹੁੰਦੇ ਨੇ ਸਟੇਟ ਦੀਆਂ ਜਿਹੜੀਆਂ ਹੈਗੀਆਂ ਵਾ। ਇਸ ਕਰਕੇ ਜਿਹੜਾ ਸਿੱਖਾਂ ਦਾ ਜਿਹੜਾ ਇਹ ਪੱਖ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਹੜਾ ਹੁਣ ਦਿੱਲੀ ਜਿਹੜਾ ਹੈਗਾ ਮੋਦੀ ਜੋ ਬੋਲ ਰਿਹਾ, BJP ਜੋ ਜਾਂ ਸਰਕਾਰ ਜਿਹੜੀ ਹੈਗੀ ਇਹ ਬੋਲ ਰਹੀ ਆ, ਇਹ ਪ੍ਰੋਗਰਾਮ ਕਰਨੇ ਆ, ਉਹ ਪ੍ਰੋਗਰਾਮ ਬਹੁਤ ਸੈਮੀਨਾਰ ਹੋਣੇ ਨੇ ਯੂਨੀਵਰਸਿਟੀਆਂ 'ਚ, ਪੇਪਰ ਪੜ੍ਹੇ ਜਾਣੇ ਨੇ, ਕਿਤਾਬਾਂ ਆਉਣੀਆਂ ਨੇ। ਇੱਕ ਕਿਤਾਬ ਮੇਰੇ ਕੋਲ ਵੀ ਆਈ ਆ, ਉਹ ਸਕਾਲਰ ਦਾ ਨਾਂ ਤਾਂ ਹੁਣ ਛੱਡੋ ਕੀ ਲੈਣਾ, ਉਹਦੀ ਪਹਿਲੀ ਸਤਰ ਹੀ ਇਹ ਆ ਵੀ ਉਹਨਾਂ ਨੇ ਜਿਹੜਾ ਪਹਿਲੀ ਸਤਰ ਭਾਰਤੀ ਜਿਹੜਾ ਕਲਚਰ ਆ ਨਾ, ਮਤਲਬ ਉਹਦੇ ਵਿੱਚ ਬੜਾ ਵੱਡਾ ਕੰਮ ਕੀਤਾ। ਉਸ ਬੰਦੇ ਦੀ ਉਮਰ 95 ਸਾਲ ਆ, 84 ਦਾ ਸਾਕਾ ਵਾਪਰ ਚੁੱਕਾ ਸਾਡੇ ਨਾਲ। ਦੇਖੋ, ਚਿੰਤਨ 'ਚ ਫਰਕ ਆਉਂਦਾ ਨਾ। 84 ਤੋਂ ਪਹਿਲੇ ਦਾ ਚਿੰਤਨ ਹੋਰ ਤਰ੍ਹਾਂ ਦਾ ਚਿੰਤਨ ਸੀ, 84 ਵਾਪਰ ਤੋਂ ਬਾਅਦ ਦਾ ਚਿੰਤਨ ਹੋਰ ਤਰ੍ਹਾਂ ਦਾ ਚਿੰਤਨ ਆ, ਕਿਉਂਕਿ ਬਹੁਤ ਕੁਛ ਖੁੱਲ੍ਹ ਗਿਆ ਸਾਡੇ ਸਾਹਮਣੇ, ਅਨਫੋਲਡ ਹੋ ਗਿਆ। ਉਹਦੇ ਬਾਵਜੂਦ ਮਤਲਬ ਇੰਨੇ ਪੜ੍ਹੇ ਬਜ਼ੁਰਗ ਬੰਦੇ ਜਿਹੜੇ ਹੈਗੇ ਨੇ, ਉਹ ਫਿਰ ਗੁਰੂ ਸਾਹਿਬ ਨੂੰ, ਐਕਚੁਅਲੀ ਸਾਡੀ ਪ੍ਰੋਬਲਮ ਇਹ ਆ ਨਾ, ਮਤਲਬ ਕਈ ਪ੍ਰੋਬਲਮ ਨਾਲ ਵੀ ਉਹ ਕਹਿੰਦੇ ਨਹੀਂ ਪ੍ਰੋਬਲਮ ਅਸਲ 'ਚ ਜਿਹੜੀ ਜਮਾਤ ਰਾਜ ਕਰਦੀ ਆ ਨਾ, ਉਹਦੇ ਵਿੱਚ ਆ, ਸਮਾਜ 'ਚ ਨਹੀਂ ਹੈਗੀ। ਸਮਾਜ ਦੇ ਵਿੱਚੋਂ ਉਹ ਲੀਡਰਸ਼ਿਪ ਚੁੱਕ ਕੇ ਲੈ ਕੇ ਆਓ ਜਿਹੜੀ ਕਿ ਸੈਕੂਲਰ ਹੋਵੇ, ਜਿਹੜੀ ਕਿ ਸਾਰੇ ਧਰਮਾਂ ਦੀ ਹੋਵੇ। ਇਹ ਬੰਦੇ ਉਹ ਕਹਿੰਦੇ ਨੇ ਜਿਹੜੇ ਮੈਂ ਬੜੇ ਸਿੱਖਾਂ ਦਾ ਦਰਦ ਰੱਖਦੇ ਨੇ ਵੀ ਸੈਕੂਲਰ। ਹੁਣ ਜਦੋਂ ਕੇਜਰੀਵਾਲ ਵਰਤਾਰਾ ਵਾਪਰਿਆ, ਸਾਡੇ ਖਾਲਿਸਤਾਨੀ ਭਰਾ ਜਿਹੜੇ ਸੀਗੇ, ਉਹਨਾਂ ਨੇ ਕਿੱਦਾਂ ਪੈਸੇ ਲਾਏ ਜਿਹੜੇ ਹੈਗੇ ਆ, ਤੇ ਉਹਦੇ ਵਿੱਚ ਤੁਸੀਂ ਦੇਖ ਲਓ। ਹੁਣ ਉਹਦਾ ਮੈਂ ਆਰਟੀਕਲ ਵੀ ਲਿਖਿਆ ਸੀ ਉਸ ਵੇਲੇ ਵੀ ਇਹ ਜਿਹੜਾ ਹੈਗਾ ਇਹ ਇੰਡੀਅਨ ਸਟੇਟ ਦਾ ਇੱਕ ਔਜ਼ਾਰ ਆ, ਹੋਰ ਇਹ ਤੋਂ ਵੱਧ ਕੁਛ ਨਹੀਂ ਹੈਗਾ। ਇਹ ਸਟੇਟ ਦੇ ਅੰਦਰ ਨਾ ਇੱਕ ਚੀਜ਼ ਵੈਸੇ ਹੀ ਪਈ ਹੁੰਦੀ ਆ ਕਿ ਜਨਮਜਾਤ ਹੀ ਹੁੰਦੀ ਆ ਇੱਕ ਹਰੇਕ ਸਿਸਟਮ ਦੇ ਅੰਦਰ, ਵੀ ਜਦੋਂ ਉਹ ਮੌਤ ਵੱਲ ਵੱਧਦੀ ਆ ਤਾਂ ਉਹਦੇ ਅੰਦਰੋਂ ਕੋਈ ਉੱਠਦਾ ਵਾ ਤੇ ਉਹਦੀ ਜ਼ਿੰਦਗੀ ਨੂੰ ਵਧਾਉਣ ਲਈ ਜਿਹੜਾ ਹੈਗਾ ਵਾ, ਫਿਰ ਹੋਕਾ ਦਿੰਦਾ ਵਾ, ਨਵੀਂ ਪਾਲਿਸੀ ਲੈ ਕੇ ਆਉਂਦਾ ਵਾ, ਨਵਾਂ ਚਿਹਰਾ ਲੈ ਕੇ ਆਉਂਦਾ, ਤਾਂ ਕਿ ਲੋਕਾਂ ਦਾ ਵਿਸ਼ਵਾਸ ਜਿਹੜਾ ਹੈਗਾ ਵਾ ਉਹ ਸੰਸਥਾਵਾਂ 'ਤੇ, ਪੋਲੀਟਿਕਸ 'ਤੇ, ਕੌਂਸਟੀਟਿਊਸ਼ਨ 'ਤੇ, ਸੰਸਦ 'ਤੇ ਬਣਿਆ ਰਹੇ। ਤੇ ਇਹ ਚੀਜ਼ਾਂ ਸਾਡੇ 'ਤੇ ਹਾਵੀ ਨੇ। ਇਹ ਬਣਿਆ ਹੋਇਆ, ਹਲੇ ਵੀ ਇੱਦਾਂ ਹੀ ਬਣਿਆ ਹੋਇਆ। ਮਤਲਬ ਉਸ ਟਰੈਪ ਦੇ ਵਿੱਚ ਸਿੱਖ ਸੌਖੇ ਆ ਜਾਂਦੇ। ਹਾਂ, ਬਹੁਤ ਸੌਖੇ ਆਏ ਨੇ ਉਸ ਟਰੈਪ ਦੇ ਵਿੱਚ ਸਿੱਖ। ਸਾਡੇ ਹੁਣ ਵੀ ਕਰਨਗੇ। ਤੀਜਾ ਬਦਲ ਲਿਆਓ। ਤੀਜਾ ਬਦਲ ਕੀ ਆ? ਤੀਜਾ ਬਦਲ ਭਾਰਤ ਦੀ ਨਹੀਂ ਆਉਣਾ। ਤੀਜੇ ਬਦਲ ਦੀ ਲੋੜ ਨਹੀਂ ਹੈਗੀ ਸਾਨੂੰ। ਤੀਜਾ ਬਦਲ ਵਰਗੀਆਂ ਗੱਲਾਂ ਕਰਨੀਆਂ ਜਿਹੜੀਆਂ ਹੈਗੀਆਂ ਵਾ, ਇਹ ਬਾਰ-ਬਾਰ ਦਰਸਾਉਂਦਾ ਵਾ ਸਾਨੂੰ ਕਿ ਅਸੀਂ ਇੰਡੀਅਨ ਸਟੇਟ ਆਈਡੀਆ ਆਫ ਜਿਹੜਾ ਇੰਡੀਆ ਵਾ ਉਹਨੂੰ ਨਹੀਂ ਸਮਝ ਸਕੇ ਹਲੇ ਤੱਕ। ਜਦ ਤੱਕ ਆਈਡੀਆ ਆਫ ਇੰਡੀਆ ਨਹੀਂ ਸਾਨੂੰ ਸਮਝ ਆਉਂਦਾ, ਤਦ ਤੱਕ ਤੁਸੀਂ ਜਿੰਨੇ ਮਰਜ਼ੀ ਮੋਰਚੇ ਲਾ ਲਓ, ਸੰਘਰਸ਼ ਕਰ ਲਓ, ਤੁਹਾਨੂੰ ਇਹੀ ਲੱਗੀ ਜਾਣਾ ਕਿ ਸਮਾਜ ਦੇ ਵਿੱਚੋਂ ਕੋਈ ਇਨਕਲਾਬੀ ਉੱਠਣਗੇ, ਉਹ ਇਸ ਸਮਾਜ ਨੂੰ ਤਬਦੀਲ ਕਰਨਗੇ,
ਇਹ ਜਿਹੜੀ ਪੋਲੀਟੀਕਲ ਜਮਾਤ ਇਹਦੀ ਜਗ੍ਹਾ ਲੈਣਗੇ, ਸਾਨੂੰ ਵੱਖਰੀ ਰੈਕਗਨਾਈਜੇਸ਼ਨ ਦੇਣਗੇ, ਸਾਨੂੰ ਸਾਡਾ ਖਿੱਤਾ ਮਿਲ ਜੂਗਾ ਖੁਦ ਮੁਖਤਿਆਰੀ ਦੇ ਤੌਰ। ਇਹ ਖਾਬੀ ਗੱਲਾਂ ਨਹੀਂ, ਬਿਲਕੁਲ ਖਾਬੀ ਗੱਲਾਂ ਨੇ। ਇਹ ਕਲਪਨਾ ਵਾ। ਇਹ ਕਲਪਨਾ ਦੇ ਅੰਦਰ ਜਿਉਣਾ ਜਿਹੜਾ ਹੈਗਾ ਵਾ, ਇਹਦਾ ਮਤਲਬ ਇਹ ਆ ਕਿ ਅਸੀਂ ਆਪਣੀ ਮੌਤ ਵੱਲ ਜਿਹੜਾ ਹੈਗਾ ਨਾ ਖੁਦ ਤੁਰੇ ਜਾ ਰਹੇ ਹਾਂ। ਸੋ ਇਹ ਜਿਹੜੀ ਗੱਲਬਾਤ ਆ ਸਰਦਾਰ ਪ੍ਰਭਜੋਤ ਸਿੰਘ ਨਵਾਂਸ਼ਹਿਰ ਹੁਣਾਂ ਨਾਲ ਕੀਤੀ, ਕਾਫੀ ਹੱਦ ਤੱਕ ਉਹਨਾਂ ਨੇ ਵਿਸਥਾਰ ਕੀਤਾ ਕਿ ਕੋਈ ਸੋਵਰੈਂਟੀ ਜਿਹੜੀ ਆ ਉਹ ਕਿਸੇ ਕੌਮ ਲਈ, ਪੋਲੀਟੀਕਲ ਸੋਵਰੈਂਟੀ ਜਿਹੜੀ ਆ, ਰਾਜਨੀਤਿਕ ਪ੍ਰਭੂ ਸੱਤਾ ਕੀ ਅਰਥ ਰੱਖਦੀ ਆ। ਗੱਲ ਦਾ ਵਿਸ਼ਾ ਚਾਹੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਤੋਂ ਸ਼ੁਰੂ ਹੋਇਆ, ਪਰ ਇਸ ਦਾ ਵਿਸਥਾਰ ਹੁੰਦੇ ਹੁੰਦੇ ਗੱਲ ਜਿਹੜੀ ਆ ਸਾਡੀ ਇਸ ਹੱਦ ਤੱਕ ਪਹੁੰਚੀ ਕਿ ਸਿੱਖ ਇਸ ਸਾਰੀ ਗੱਲਬਾਤ ਨੂੰ ਕਿਵੇਂ ਸਮਝਦੇ ਆ, ਕਿਸ ਤਰ੍ਹਾਂ ਦੀ ਰੁਚੀ ਰੱਖਦੇ ਆ। ਕਿ ਜੇ ਬਿਲਕੁਲ ਰੁਚੀ ਨਹੀਂ ਰੱਖਦੇ ਇਹਨਾਂ ਗੱਲਾਂ ਦੇ ਉੱਤੇ ਤਾਂ ਫਿਰ ਕੋਈ ਇਹ ਚੰਗਾ ਸਗਨ ਨਹੀਂਗਾ। ਸੋ ਜਿਹੜਾ ਇਸ ਗੱਲਬਾਤ ਬਾਰੇ ਤੁਹਾਡਾ ਹੋਰ ਕੋਈ ਸਵਾਲ ਹੋਵੇ, ਮੈਂ ਤਕਰੀਬਨ ਉਹਨਾਂ ਤੱਕ ਕਹਿ ਰਿਹਾ ਜਿਹੜੇ ਨੌਜਵਾਨ ਉਮਰ ਦੇ ਭੈਣ ਭਰਾ ਸਾਡੇ ਜਿਗਿਆਸੂ ਰੂਪ 'ਚ ਵਿਚਰ ਰਹੇ ਆ, ਕੋਈ ਗੱਲਬਾਤ ਕਰਨੀ ਚਾਹਣ, ਕੋਈ ਥੱਲੇ ਆਪਣੇ ਸਵਾਲ ਦੇ ਰੂਪ ਦੇ ਜ਼ਰੂਰ ਗੱਲਾਂ ਪੁੱਛੋ। ਉਹਨਾਂ ਗੱਲਾਂ ਦੇ ਉੱਤਰ ਵੀ ਅਸੀਂ ਸਰਦਾਰ ਪ੍ਰਭਜੋਤ ਸਿੰਘ ਨਵਾਂਸ਼ਹਿਰ ਹੋਣਾ ਕੋਲੋਂ ਆਉਣ ਵਾਲੇ ਸਮੇਂ 'ਚ ਲਵਾਂਗੇ। ਇਸ ਗੱਲਬਾਤ ਦੇ ਬਾਰੇ ਤੁਸੀਂ ਕੀ ਸਿੱਖਿਆ, ਕੀ ਸਮਝਦੇ ਹੋ, ਇਸ ਦੇ ਨਾਲ ਹੀ ਜਿਹੜਾ ਕੋਈ ਸਾਡੇ ਇਸ ਵਿਚਾਰ ਨਾਲ ਸਹਿਮਤ ਨਹੀਂ ਗਾ, ਉਸ ਦਾ ਵੀ ਅਸੀਂ ਬਰਾਬਰ ਸਵਾਗਤ ਕਰਦੇ ਹਾਂ ਕਿ ਤੁਸੀਂ ਆਪਣਾ ਵਿਰੋਧੀ ਵਿਚਾਰ ਵੀ ਥੱਲੇ ਲਿਖ ਸਕਦੇ ਹੋ ਉਸ ਟਿੱਪਣੀ ਦੇ ਰੂਪ ਦੇ ਵਿੱਚ, ਬਸ਼ਰਤੇ ਉਹ ਟਿੱਪਣੀ ਜਿਹੜੀ ਆ ਕੋਈ ਸਿਹਤਮੰਦ ਤਰੀਕੇ ਨਾਲ ਸੰਜੀਦਗੀ ਵਾਲੀ ਹੋਵੇ। ਸੋ ਇਹ ਜਿਹੜੀ ਗੱਲਬਾਤ ਆ ਖਾਲਸੇ ਪੰਥ ਦੀ ਚੱਲਦੀ ਰਹਿਣੀ ਆ। ਸੋ ਇੱਥੇ ਇਸ ਗੱਲਬਾਤ ਨੂੰ ਅਸੀਂ ਮੁਕਾਉਂਦੇ ਹਾਂ। ਸੋ ਆਖਰ ਦੇ ਵਿੱਚ ਦੋਵਾਂ ਸਿੱਖਾਂ ਵੱਲੋਂ ਬੁਲਾਈ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਤੁਸੀਂ ਵੇਖਦੇ ਰਹੋ Sikh24.com।